ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਸ ਹਫ਼ਤੇ ਦੇ ਐਪੀਸੋਡ ਦੇ ਵਿੱਚ ਅਸੀਂ ਤੁਹਾਡੀ ਅੱਜ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਦਵਿੰਦਰ ਦਿਲਰੂਪ ਹੋਰਾਂ ਦੇ ਨਾਲ। ਨਾਮ ਵੀ ਬੜਾ ਪਿਆਰਾ ਜੀ ਅਤੇ ਬਹੁਤ ਹੀ ਵਧੀਆ ਸ਼ਖਸੀਅਤ ਨੇ। ਕੱਲ੍ਹ ਇਹਨਾਂ ਦੀਆਂ ਕੁਝ ਕਵਿਤਾਵਾਂ ਅਤੇ ਕੁਝ ਗੱਲਾਂ ਬਾਤਾਂ ਸੁਣਨ ਨੂੰ ਮਿਲੀਆਂ ਅਤੇ ਮੇਰੇ ਦਿਲ 'ਚ ਆਇਆ ਵੀ ਕਿਉਂ ਨਹੀਂ ਇਹਨਾਂ ਨੂੰ ਅਸੀਂ ਚੈਨਲ ਪੰਜਾਬੀ ਰਾਹੀਂ ਆਪਣੇ ਦਰਸ਼ਕਾਂ ਦੇ ਨਾਲ ਵੀ ਇਹਨਾਂ ਦੀ ਸਾਂਝ ਪਵਾਈ ਜਾਵੇ। ਇਹਨਾਂ ਨੇ ਜਿੱਥੇ ਕਵਿਤਾਵਾਂ ਸਾਂਝੀਆਂ ਕੀਤੀਆਂ ਉੱਥੇ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਐਕਚੁਅਲੀ ਪ੍ਰੋਫੈਸ਼ਨ ਆ ਉਹ ਇਹਨਾਂ ਨੇ ਜ਼ੂਓਲੋਜੀ ਦੇ ਵਿੱਚ ਪ੍ਰੋਫੈਸਰ ਨੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ। ਪਰ ਨਾਲ ਦੀ ਨਾਲ ਸਾਹਿਤ ਦੇ ਨਾਲ ਪਿਆਰ ਆ ਅਤੇ ਉਹ ਸਾਹਿਤ ਦੇ ਨਾਲ ਪਿਆਰ ਹੋਣ ਕਰਕੇ ਕਵਿਤਾਵਾਂ ਗਜ਼ਲਾਂ ਦੀਆਂ ਕਿਤਾਬਾਂ ਲਿਖੀਆਂ ਨੇ ਔਰ ਨਾਲ ਦੀ ਨਾਲ ਬਾਲ ਸਾਹਿਤ ਦੀ ਇੱਕ ਨਾ ਛੋਟੀ ਜਿਹੀ ਪੋਇਟਰੀ ਦੀ ਕਿਤਾਬ ਇਹਨਾਂ ਨੇ ਲਿਖੀ ਹੈ ਬੱਚਿਆਂ ਲਈ, ਜਿਹੜੀ ਮੈਨੂੰ ਬਹੁਤ ਵਧੀਆ ਲੱਗੀ। ਔਰ ਮੈਂ ਇਹਨਾਂ ਨੂੰ ਕੱਲ੍ਹ ਕੁਝ ਬੇਨਤੀ ਵੀ ਕੀਤੀ ਸੀ ਵੀ ਜਿੱਥੇ ਪੋਇਟਰੀ ਦੀ ਗੱਲਬਾਤ ਤੁਸੀਂ ਬੱਚਿਆਂ ਲਈ ਲਿਖੀ ਆ, ਕਿਤੇ ਕਾਸ਼ ਕੁਝ ਇੱਦਾਂ ਦੀਆਂ ਸਟੋਰੀ ਟਾਈਪ ਜਿਹੜੀ ਗੱਲਬਾਤ ਹੈ ਉਹ ਵੀ ਬੱਚਿਆਂ ਲਈ ਗਾਂਹ ਨੂੰ ਕਿਤੇ ਲਿਖੋ ਅਤੇ ਚੰਗੀ ਹੈ, ਕਿਉਂਕਿ ਪ੍ਰਦੇਸ਼ਾਂ ਦੇ ਵਿੱਚ ਜਿਹੜਾ ਪੰਜਾਬੀ 'ਚ ਬਾਲ ਸਾਹਿਤ ਨਹੀਂ ਮਿਲਦਾ। ਦੂਸਰਾ ਚਲੋ ਮਿਲ ਜਾਂਦੀਆਂ ਆਪਾਂ ਨੂੰ ਕਿਤਾਬਾਂ, ਪਰ ਬਾਲ ਸਾਹਿਤ ਵੱਲ ਇੰਨਾ ਧਿਆਨ ਜਿਹੜਾ ਨਹੀਂ ਦਿੱਤਾ ਗਿਆ ਸ਼ਾਇਦ। ਖੈਰ ਜੀ, ਉਹ ਗੱਲਾਂ ਆਪਾਂ ਸਾਰੀਆਂ ਅੱਜ ਕਰਨੀਆਂ ਨੇ ਕਿਉਂਕਿ ਅੱਜ ਸਾਡੇ ਸਟੂਡੀਓ ਵਿੱਚ ਇੱਥੇ ਪਹੁੰਚੇ ਨੇ ਦਵਿੰਦਰ ਦਿਲਰੂਪ ਹੋਰੀ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਸਾਗਰ ਸਾਹਿਬ। ਇੱਦਾਂ ਦਵਿੰਦਰ ਜੀ, ਤੁਸੀਂ ਮੈਨੂੰ ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜਾ ਪੜ੍ਹਾਈ ਲਿਖਾਈ ਜੂਓਲੋਜੀ ਕਰਨੀ ਔਰ ਉੱਧਰ ਦੂਸਰੇ ਪਾਸੇ ਸਾਹਿਤਕ ਕਿਤਾਬਾਂ ਲਿਖਣੀਆਂ, ਇਹ ਸੁਮੇਲ ਕਿੱਦਾਂ ਹੋਇਆ ਜੀ ਇਹਨਾਂ ਚੀਜ਼ਾਂ ਦਾ? ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ। ਉਹ ਕਹਿੰਦੇ ਨੇ ਕਿ ਸਾਰੀ ਉਮਰ ਮੋਟੀਆਂ-ਮੋਟੀਆਂ ਕਿਤਾਬਾਂ ਸਾਇੰਸ ਦੀਆਂ ਪੜ੍ਹੀਆਂ ਜੀ, ਜਦੋਂ ਬੰਦ ਕਮਰਾ ਹੋਵੇ ਤਾਂ ਸਾਹ ਲੈਣ ਲਈ ਖਿੜਕੀ ਚਾਹੀਦੀ ਹੈ, ਦਰਵਾਜ਼ੇ ਚਾਹੀਦੇ ਨੇ। ਸੋ ਇਹ ਮੇਰੀਆਂ ਖਿੜਕੀਆਂ ਤੇ ਦਰਵਾਜ਼ੇ ਨੇ ਜਿਹੜੀਆਂ ਕਿ ਮੈਨੂੰ ਠੰਡੀ ਹਵਾ ਤੇ ਝੋਂਕੇ ਦਿੰਦੀਆਂ ਨੇ। ਸੋ ਵੈਸੇ ਮੈਂ ਬਚਪਨ ਤੋਂ ਹੀ ਲਿਖਦੀ ਆਈ ਹਾਂ। ਮੇਰਾ ਖਿਆਲ ਮੈਂ 5ਵੀਂ 6ਵੀਂ ਕਲਾਸ 'ਚ ਹੋਵਾਂਗੀ ਜਦੋਂ ਮੈਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ। ਸੋ ਮੇਰੇ ਪੰਜਾਬੀ ਦੇ ਟੀਚਰ ਹੈਗੇ ਸੀ ਜਸਬੀਰ ਕੌਰ ਜੀ, ਹੁਣ ਨਹੀਂ ਰਹੇ। ਉਹ ਬੜੀ ਸੋਹਣੀ ਕਵਿਤਾ ਪੜ੍ਹਦੇ ਹੁੰਦੇ ਸੀ। ਤੁਹਾਨੂੰ ਯਾਦ ਹੋਣਾ 8ਵੀਂ 10ਵੀਂ 'ਚ ਸਾਡੇ ਵਾਰਿਸ ਸ਼ਾਹ ਦਾ ਕਿੱਸਾ ਸੀ, ਹੈ ਨਾ, ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ। ਜਦੋਂ ਉਹਨਾਂ ਨੇ ਬੋਲਣਾ ਨਾ ਮੈਨੂੰ ਬੜਾ ਚੰਗਾ ਲੱਗਣਾ, ਮੈਂ ਉਹਦੇ ਅਰਥ ਲਿਖਣੇ। ਅਤੇ ਉਦੋਂ ਮੈਂ ਪੋਇਟਰੀ ਕੰਪੀਟੀਸ਼ਨਸ 'ਚ ਪਾਰਟੀਸਪੇਟ ਕਰਦੀ ਸੀ, ਬੋਲਣਾ ਜਾ ਕੇ ਰੈਸੀਟੇਸ਼ਨ। ਅਤੇ ਮੈਡਮ ਮੈਨੂੰ ਕੋਈ ਟੌਪਿਕ ਦੇ ਦਿੰਦੇ ਸੀ ਅਤੇ ਮੈਂ ਕਵਿਤਾ ਲਿਖ ਲੈਣੀ। ਬੜੀਆਂ ਕਵਿਤਾਵਾਂ ਲਿਖੀਆਂ, ਕੋਈ ਫੁੱਲ ਦੇ ਉੱਤੇ, ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ। ਸੋ ਮੈਨੂੰ ਉੱਥੋਂ ਇੰਸਪੀਰੇਸ਼ਨ ਮਿਲੀ ਅਤੇ ਬਸ ਉਹ ਜੋੜ ਕੇ ਕਾਗਜ਼ ਰੱਖੀ ਗਈ, ਵਿਆਹੀ ਗਈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਪ੍ਰੋਫੈਸਰ ਲੱਗ ਗਈ। ਅਤੇ ਮੇਰੀ ਕਿਸਮਤ ਵਧੀਆ ਸੀ ਕਿ ਡਾਕਟਰ ਸੁਰਜੀਤ ਪਾਤਰ ਵਰਗੇ ਗੁਰੂ ਮਿਲ ਗਏ। ਉਹਨਾਂ ਨੇ ਮੈਨੂੰ ਰਾਹੇ ਪਾਇਆ। ਠੀਕ। ਤੇ ਮੇਰੀ ਪਹਿਲੀ ਕਿਤਾਬ 2004 ਦੇ ਵਿੱਚ ਆਈ, ਦਿਲ ਦਾ ਦਰਪਣ। ਅੱਛਾ ਜੀ। ਤਦ ਤੱਕ ਤਾਂ ਮੈਂ ਸਿਰਫ ਦਵਿੰਦਰ ਦੇ ਨਾਂ ਨਾਲ ਜਾਣੀ ਜਾਂਦੀ ਸੀ, ਡਾਕਟਰ ਦਵਿੰਦਰ ਜੀ। ਤੇ ਮੈਨੂੰ ਪਾਤਰ ਸਾਹਿਬ ਨੇ ਨਾਮ ਦਿੱਤਾ ਦਿਲਰੂਪ। ਸੋ ਫਿਰ ਦਿਲਰੂਪ ਨੂੰ ਇੱਕ ਪਹਿਚਾਣ ਮਿਲ ਗਈ। ਠੀਕ। ਠੀਕ। ਅੱਛਾ, ਪਾਤਰ ਸਾਹਿਬ ਨਾਲ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਲੁਧਿਆਣੇ ਹੀ ਹੋਈ ਜਾਂ ਪਹਿਲਾਂ ਵੀ ਕਿਤੇ ਹੋਈ ਸੀ? ਨਹੀਂ, ਮੈਂ ਉਦੋਂ ਯੂਨੀਵਰਸਿਟੀ 2000 ਦੇ ਵਿੱਚ ਜੁਆਇਨ ਕੀਤਾ ਬਤੌਰ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ। ਮੈਂ PhD ਉੱਥੇ ਕੀਤੀ ਜ਼ੂਓਲੋਜੀ ਦੇ ਵਿੱਚ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ। ਮੈਂ ਸਾਡਾ ਇੱਕ ਨਾ ਪ੍ਰੋਗਰਾਮ ਸੀ, 30 ਡੇਜ਼ ਦਾ ਟ੍ਰੇਨਿੰਗ ਕੋਰਸ ਸੀ ਅਤੇ ਟੀਚਰਸ ਦਾ ਹੁੰਦਾ ਕੰਪਲਸਰੀ ਜਿਵੇਂ। ਅਤੇ ਉਹਦੇ ਅਖੀਰਲੇ ਦਿਨ ਮੈਂ ਇੱਕ ਕਵਿਤਾ ਪੜ੍ਹੀ, ਆਪਣੇ ਸਾਰਿਆਂ ਦੇ ਨਾ ਵਿਚਾਰ ਸਾਂਝੇ ਕਰਨ ਲਈ ਕਿਹਾ ਗਿਆ ਕਿ ਪਾਰਟੀਸਪੈਂਟਸ ਵੱਲੋਂ ਕੁਝ ਕਹੋ ਤੁਸੀਂ ਜੀ। ਅਤੇ ਮੈਂ ਉਹਨੂੰ ਕਵਿਤਾ ਦੇ ਰੂਪ ਦੇ ਵਿੱਚ ਪੇਸ਼ ਕੀਤਾ ਅਤੇ ਪਾਤਰ ਸਾਹਿਬ ਉੱਥੇ ਉਸ ਪ੍ਰੋਗਰਾਮ ਦੇ ਵਿੱਚ ਪ੍ਰਧਾਨਗੀ ਮੰਡਲ 'ਚ ਸ਼ਾਮਲ ਸੀ। ਅੱਛਾ ਜੀ। ਸੋ ਪਾਤਰ ਸਾਹਿਬ ਉੱਥੇ ਹੈਗੇ ਸੀ, ਮੇਰੀ ਖੁਸ਼ਨਸੀਬੀ। ਉਸ ਤੋਂ ਬਾਅਦ ਡਾਕਟਰ ਨਿਰਮਲ ਜੋੜਾ ਜੀ ਨਾਲ ਗੱਲ ਹੋਈ। ਮੈਂ ਕਿਹਾ ਮੈਂ ਪਾਤਰ ਸਾਹਿਬ ਨੂੰ ਮਿਲਣਾ। ਉਹਨਾਂ ਨੇ ਮੈਨੂੰ ਮਿਲਾਇਆ। ਮੈਂ ਪਾਤਰ ਸਾਹਿਬ ਨੂੰ ਆਪਣੀਆਂ ਕਵਿਤਾਵਾਂ ਪੜ੍ਹਾਈਆਂ। ਸਰ ਨੇ ਕਿਹਾ ਕਿ ਇਹਨਾਂ 'ਚ ਅੱਗ ਹੈਗੀ ਆ, ਸੋ ਤੁਸੀਂ ਇਹਨੂੰ ਕਿਤਾਬ ਦੇ ਰੂਪ ਵਿੱਚ ਲੈ ਕੇ ਆਓ। ਅੱਛਾ ਜੀ। ਤੇ ਬਸ ਫਿਰ ਕੀ ਸੀ, ਮੇਰੇ ਹਸਬੈਂਡ ਨੇ ਕਰ ਲਈ ਤਿਆਰੀ। ਉਹ ਕਹਿੰਦੇ ਅਸੀਂ ਕਰਨੀ ਹੈ ਕਿਤਾਬ। ਫਿਰ ਬਸ ਇਸੇ ਤਰ੍ਹਾਂ ਉਹਨਾਂ ਦਾ ਆਸ਼ੀਰਵਾਦ ਮਿਲਿਆ ਅਤੇ ਪਹਿਲੀ ਕਿਤਾਬ ਸਾਰਿਆਂ ਦੇ ਹੱਥਾਂ ਵਿੱਚ ਆ ਗਈ। ਮੈਂ ਇੱਥੇ ਇੱਕ ਬੜੀ ਵਧੀਆ ਗੱਲ ਸੁਣਾਉਣੀ ਚਾਹਾਂਗੀ ਕਿ ਮੈਂ ਜਦੋਂ 8ਵੀਂ ਕਲਾਸ 'ਚ ਸੀ ਅਤੇ ਮੈਂ ਪੰਜਾਬੀ ਭਵਨ ਦੇ ਨਾ ਸਟੇਜ ਦੇ ਉੱਤੇ ਕਵਿਤਾ
ਲਿਖ ਕੇ ਤੇ ਪੜ੍ਹੀ ਸੀ। ਅੱਛਾ ਜੀ। ਉਦੋਂ ਮੇਰਾ ਸਟੇਟ ਲੈਵਲ ਤੇ ਫਸਟ ਪ੍ਰਾਈਜ਼ ਆਇਆ ਸੀ। ਵਾਹ। ਤੇ 8ਵੀਂ ਕਲਾਸ ਦਾ ਬੱਚਾ, ਤੇ ਦੂਜੀ ਵਾਰੀ ਜਦੋਂ ਮੈਂ ਕਵਿਤਾ ਪੜ੍ਹੀ ਉਦੋਂ ਮੈਂ ਦਿਲਰੂਪ ਦੇ ਰੂਪ ਦੇ ਵਿੱਚ 2004 ਦੇ ਵਿੱਚ ਆਪਣੀ ਕਿਤਾਬ ਲੈ ਕੇ ਉਹ ਸਟੇਜ ਦੇ ਉੱਤੇ ਆਈ ਸੀ। ਠੀਕ। ਸੋ ਮੇਰੇ ਲਈ ਤੁਸੀਂ ਦੇਖੋ ਕਿ ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਉਹ ਬੱਚਾ ਜਿਹੜਾ ਕਿ ਉੱਥੇ ਇੱਕ ਸਟੇਜ ਦੇ ਉੱਤੇ ਕਵਿਤਾ ਪੜ੍ਹ ਰਿਹਾ ਤੇ ਉਹ ਇੱਕ ਸ਼ਾਇਰਾ ਦੇ ਰੂਪ ਦੇ ਵਿੱਚ ਸਾਰਿਆਂ ਦੇ ਸਾਹਮਣੇ ਆਏਗੀ। ਸੋ ਮੇਰੇ ਲਈ ਉਹ ਬੜੀ ਵਧੀਆ ਘੜੀ ਸੀ ਕਿ ਜਦੋਂ ਮੈਂ ਦਵਿੰਦਰ ਦਿਲਰੂਪ ਬਣ ਕੇ ਸਾਰਿਆਂ ਦੇ ਸਾਹਮਣੇ ਆਈ। ਅੱਛਾ ਦਵਿੰਦਰ ਜੀ, ਇਹ ਦੱਸੋ ਵੀ ਜਿਹੜਾ ਚਲੋ ਜਦੋਂ ਤੁਸੀਂ ਪਹਿਲਾਂ ਸ਼ੁਰੂਆਤ ਕੀਤੀ ਕਵਿਤਾਵਾਂ ਦੀ, ਉਹ ਤੁਸੀਂ ਦੱਸਿਆ ਵੀ ਕੁਝ ਧਾਰਮਿਕ ਆਪਾਂ ਆਈਡਲ ਲੈ ਲੈਂਦੇ ਆ ਜਾਂ ਕੋਈ ਹੋਰ ਗੱਲ ਤੇ, ਪਰ ਹੌਲੀ ਹੌਲੀ ਤੁਸੀਂ ਕੋਈ ਮਤਲਬ ਗੱਲ ਕੱਲ੍ਹ ਵੀ ਹੋ ਰਹੀ ਸੀ ਵੀ ਜਿਹੜਾ ਲੇਖਕ ਆ ਜਾਂ ਸਾਹਿਤਕਾਰ ਆ, ਜਦੋਂ ਉਹ ਸਾਹਿਤ ਲਿਖਦਾ ਤੇ ਉਹਨੂੰ ਉਹਦਾ ਆਲਾ ਦੁਆਲਾ ਜਿਹੜਾ ਉਹ ਪ੍ਰਭਾਵਿਤ ਕਰਦਾ, ਜਾਂ ਜਿਹੜੀ ਉਹਦੀ ਜਿੱਥੇ ਪਰਵਰਿਸ਼ ਹੋਈ ਆ, ਉਹਦਾ ਪਰਿਵਾਰ ਆ ਜਿਹੜਾ, ਉਹ ਉਹਨੂੰ ਪ੍ਰਭਾਵਿਤ ਕਰਦਾ। ਉਹ ਕਿਵੇਂ ਆ ਜੀ? ਮੈਨੂੰ ਨਾ ਮੇਰੀ ਵੀ ਆਪਣੀ ਇਹੀ ਫੀਲਿੰਗ ਹੈ ਕਿ ਜਿਵੇਂ ਮੇਰੀ ਪਹਿਲੀ ਕਿਤਾਬ ਆਈ, ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਬੜੀ ਪਰਸਨਲ ਸੀ, ਹਨਾ, ਆਪਣੀ ਹੱਡ ਬੀਤੀ ਕਹਿ ਲਓ। ਠੀਕ। ਤਾਂ ਹੀ ਮੈਂ ਉਹਦਾ ਨਾਮ ਰੱਖਿਆ ਕਿ ਦਿਲ ਦਾ ਦਰਪਣ, ਕਿ ਦਿਲ ਦੇ ਅੰਦਰ ਕੀ ਹੈ, ਹਨਾ, ਇੱਕ ਲੇਡੀ ਦੇ ਦਿਲ ਦੇ ਅੰਦਰ ਕੀ ਹੈ, ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ। 2004 ਚ ਪਹਿਲੀ ਕਿਤਾਬ ਆਈ। ਦੂਜੀ ਮੇਰੀ ਕਿਤਾਬ ਆਈ ਚਾਨਣ ਦਾ ਟਿੱਕਾ। ਠੀਕ ਹੈ ਜੀ। 2004 ਤੋਂ 2008 ਦੇ ਵਿੱਚ 4 ਸਾਲਾਂ ਦੇ ਵਿੱਚ ਮੈਂ ਬੜਾ ਕੁਝ ਸਿੱਖਿਆ, ਕਿਉਂਕਿ ਮੈਂ ਪੰਜਾਬੀ ਸਾਹਿਤ ਅਕੈਡਮੀ ਦੀ ਮੈਂਬਰ ਬਣੀ, ਮੈਂ ਕੇਂਦਰੀ ਲੇਖਕ ਸਭਾ ਦੀ ਸਕੱਤਰ ਚੁਣੀ ਗਈ। ਸੋ ਮੈਂ, ਤੁਸੀਂ ਜਿਵੇਂ ਗੱਲ ਕੀਤੀ ਕਿ ਆਸ-ਪਾਸ ਦਾ ਮਾਹੌਲ ਜੀ, ਮੈਂ ਦੁਨੀਆ 'ਚ ਵਿਚਰੀ, ਜਦੋਂ ਮੈਂ ਕਵਿਤਾ ਨੂੰ ਪੜ੍ਹਿਆ, ਕਵਿਤਾ ਨੂੰ ਹੰਢਾਇਆ, ਤਾਂ ਮੈਂ ਜੋ ਕੁਝ ਗ੍ਰਹਿਣ ਕੀਤਾ ਮੈਂ ਇਸ ਕਿਤਾਬ ਦੇ ਵਿੱਚ ਲਿਆ ਉਹਨੂੰ। ਸੋ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਡਿੱਗੇ ਤਾਂ ਹੀ ਸੱਟ ਦਾ ਪਤਾ ਲੱਗਦਾ, ਕਈ ਵਾਰੀ ਦੂਜੇ ਨੂੰ ਡਿੱਗਿਆ ਵੀ ਅਸੀਂ ਉਹਦੇ ਚੋਟ ਮਹਿਸੂਸ ਕਰ ਸਕਦੇ ਆ। ਅਹਿਸਾਸ ਬਹੁਤ ਥੋੜੇ ਲੋਕ ਕਰਦੇ। ਬਿਲਕੁਲ ਜੀ। ਸੋ ਉਸ ਅਹਿਸਾਸ ਨੂੰ ਮੈਂ ਇਕੱਠਿਆਂ ਕਰਕੇ ਇੱਕ ਚਾਨਣ ਦਾ ਟਿੱਕਾ ਕਿਤਾਬ ਲਿਆਂਦੀ, ਕਿ ਉਹਦੇ 'ਚ ਮੈਂ ਕਿਹਾ ਕਿ ਵੀ ਕੁੜੀਆਂ ਨੂੰ ਗਿਆਨ ਦਾ ਟਿੱਕਾ ਲਗਾਓ, ਨਾ ਕਿ ਸੋਨੇ ਦਾ ਟਿੱਕਾ ਲਾਓ। ਸੋ ਮੈਂ ਉੱਥੇ ਕਹਿਣਾ ਚਾਹੇ ਕਿ ਚਾਨਣ ਦਾ ਟਿੱਕਾ ਮੇਰੇ ਮੱਥੇ ਸਜਾ ਦੇ ਮਾਏ, ਚਾਨਣ ਦਾ ਟਿੱਕਾ ਮੇਰੇ ਮੱਥੇ ਸਜਾ ਦੇ ਮਾਏ, ਹੋਰ ਕਿਸੇ ਗਹਿਣੇ ਦੀ ਨਾ ਲੋੜ, ਪਲੋ ਪੱਲੀ ਜਗ ਤੇ ਹਨੇਰ ਵਧੀ ਜਾਂਦਾ, ਇੱਥੇ ਚਾਨਣਾ ਦੀ ਹੋਗੀ ਬੜੀ ਥੋੜ ਨੀ ਮਾਏ, ਇੱਥੇ ਚਾਨਣਾ ਦੀ ਹੋਗੀ ਬੜੀ ਥੋੜ। ਕੀ ਬਾਤ। ਸੋ ਇਸ ਕਿਤਾਬ 'ਚ ਜਿੱਥੇ ਮੈਂ ਔਰਤਾਂ ਦੀ ਗੱਲ ਕੀਤੀ ਹੈ, ਜਿੱਥੇ ਬੱਚੀਆਂ ਦੀ ਗੱਲ ਕੀਤੀ ਹੈ, ਭਰੂਣ ਹੱਤਿਆ ਦੀ ਗੱਲ ਕੀਤੀ ਹੈ, ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ, ਕੁਦਰਤ ਦੀ ਗੱਲ ਕੀਤੀ ਹੈ, ਸੋ ਆਪਣੇ ਨਿੱਜ ਤੋਂ ਬਾਹਰ ਨਿਕਲ ਕੇ ਮੈਂ ਆਪਣੇ ਆਸ-ਪਾਸ 'ਚ ਹੋ ਰਹੀਆਂ ਗੱਲਾਂ ਬਾਤਾਂ ਜੋ ਮੈਂ ਮਹਿਸੂਸ ਕਰਦੀ ਹਾਂ ਉਹਦੀ ਗੱਲ ਕੀਤੀ ਹੈ। ਸੋ ਵਿਸਥਾਰ ਹੋਇਆ ਮੇਰਾ ਇਹਨਾਂ 4 ਸਾਲਾਂ ਦੇ ਵਿੱਚ। ਦਿਲਰੂਪ ਜੀ, ਇਹ ਗੱਲ ਤੁਸੀਂ ਦੇਖੋ, ਜਿਹੜੀ ਚਾਨਣ ਦੇ ਟਿੱਕੇ ਦੀ ਤੁਸੀਂ ਗੱਲ ਕੀਤੀ ਆ, ਤੁਸੀਂ ਜਦੋਂ ਸਮਾਜ ਦੇ ਵਿੱਚ ਆਪਾਂ ਆਪਣੇ 'ਚ ਵਿਚਰਦੇ ਆ ਜੀ, ਔਰ ਦੂਸਰੇ ਕਈ ਸਮਾਜ ਹੈਗੇ ਆ, ਉਹਨਾਂ ਦੀ ਗੱਲ ਵੀ ਆਉਂਦੀ ਆ ਵੀ ਦੇਖੋ ਜੀ, ਉਹ ਫਲਾਣੇ ਸਮਾਜ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਉਹਨਾਂ ਦੇ ਬਰਥਡੇ ਦੇ ਉੱਤੇ ਕਿਤਾਬ ਜਿਹੜਾ ਉਹ ਐਜ਼ ਏ ਤੋਹਫਾ ਦਿੰਦੇ ਆ। ਜੀ ਜੀ ਜੀ। ਇਹ ਆਪਣੇ ਭਾਈਚਾਰੇ 'ਚ, ਆਪਣੇ ਮੁਆਸ਼ਰੇ 'ਚ ਇਹ ਗੱਲਾਂ ਕਿਉਂ ਨਹੀਂ ਪ੍ਰਚਲਿਤ ਹੋ ਰਹੀਆਂ? ਕਮੀ ਹੈ, ਕਿਉਂਕਿ ਜਿਵੇਂ ਆਪਾਂ ਸਾਊਥ ਵੱਲ ਦੇਖੀਏ, ਉਹਨਾਂ ਨੇ ਕਿਤਾਬ ਇੱਕ ਲਾਇਬ੍ਰੇਰੀ ਜ਼ਰੂਰ ਬਣਾਈ ਹੁੰਦੀ ਹੈ ਘਰ ਦੇ ਵਿੱਚ ਜੀ। ਆਪਾਂ ਆਪਣੇ ਘਰਾਂ 'ਚ ਅਕਸਰ ਲਾਇਬ੍ਰੇਰੀ ਨਹੀਂ, ਅਹਿਮੀਅਤ ਨਹੀਂ ਦਿੰਦੇ ਇਸ ਚੀਜ਼ ਨੂੰ, ਕਿਉਂਕਿ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਅੱਗਾ ਦੇਵਾਂਗੇ, ਅੱਗੋਂ ਜਨਰੇਸ਼ਨ ਅਗਲੀ ਜਨਰੇਸ਼ਨ ਨੂੰ ਦੇਵੇਗੀ। ਹੁਣ ਮੈਂ ਇਹ ਕੋਸ਼ਿਸ਼ ਕਰਦੀ ਹਾਂ, ਮੈਂ ਇੱਥੇ ਜ਼ਰੂਰ ਮੈਂਸ਼ਨ ਕਰਾਂਗੀ ਕਿ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਇੱਕ ਯੰਗ ਰਾਈਟਰ ਐਸੋਸੀਏਸ਼ਨ ਹੈ। ਅੱਛਾ ਜੀ। ਜਿਹਦੇ 'ਚ ਜਿਹੜੇ ਵੀ ਬੱਚੇ ਯੂਨੀਵਰਸਿਟੀ ਦੇ ਲਿਖਦੇ ਨੇ ਜਾਂ ਥੀਏਟਰ ਨਾਲ ਜੁੜੇ ਨੇ, ਮਿਊਜ਼ਿਕ ਨਾਲ ਜੁੜੇ ਨੇ, ਆਰਟਿਸਟ ਬੱਚੇ ਨੇ, ਉਹ ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਹੁੰਦੇ ਨੇ, ਕੁਛ ਨਾ ਕੁਛ ਅਸੀਂ ਕਰਦੇ ਰਹਿੰਦੇ ਹਾਂ। ਤੇ ਡਾਕਟਰ ਪਾਤਰ ਉਹਦੇ ਪਹਿਲਾਂ ਪ੍ਰੈਜ਼ੀਡੈਂਟ ਰਹੇ ਨੇ, ਗੁਰਭਜਨ ਗਿੱਲ ਜੀ ਰਹੇ ਨੇ, ਹੁਣ ਅੱਜ ਕੱਲ੍ਹ ਪਿਛਲੇ 7-8 ਸਾਲਾਂ ਤੋਂ ਮੇਰੇ ਕੋਲ ਐਜ਼ ਪ੍ਰੈਜ਼ੀਡੈਂਟ ਉਹਦਾ ਜ਼ਿੰਮੇਵਾਰੀ ਹੈ। ਮੈਂ ਬਹੁਤ ਖੁਸ਼ਨਸੀਬ ਹਾਂ ਕਿ ਵੀ ਹਾਂ, ਸੋ ਨਵੀਂ ਜਨਰੇਸ਼ਨ ਦੇ ਨਾਲ ਲਗਾਤਾਰ ਜੁੜੇ ਰਹਿਣ ਦਾ ਮੌਕਾ ਮਿਲਦਾ ਹੈ। ਸੋ ਤੁਸੀਂ, ਸਾਨੂੰ ਇੱਦਾਂ ਮਹਿਸੂਸ ਹੁੰਦਾ ਕਿ ਸ਼ਾਇਦ ਨਵੀਂ ਜਨਰੇਸ਼ਨ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਖੁਸ਼ ਨਹੀਂ ਹੈ, ਪਰ ਮੇਰੀ ਗਲਤਫਹਿਮੀ ਦੂਰ ਉਦੋਂ ਹੋਈ ਜਦੋਂ ਮੈਂ ਨਵੀਂ ਜਨਰੇਸ਼ਨ ਦੇ ਨਾਲ ਸਾਂਝਾ ਪਈਆਂ ਬਤੌਰ ਯੰਗ ਰਾਈਟਰ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਦੇ। ਬੱਚੇ ਇੰਨਾ ਸੋਹਣਾ ਲਿਖਦੇ ਨੇ, ਮੇਰੇ ਕੋਲ ਕਿਤਾਬਾਂ ਲੈ ਕੇ ਜਾਂਦੇ ਨੇ, ਐਕਸਚੇਂਜ ਕਰਦੇ ਨੇ, ਇੰਨਾ ਸੋਹਣਾ ਪੜ੍ਹਦੇ ਨੇ, ਇੰਨਾ ਸੋਹਣੇ ਵਿਚਾਰ ਨੇ ਉਹਨਾਂ ਦੇ, ਉਹ ਚਾਹੁੰਦੇ ਨੇ ਕਿ ਸਾਨੂੰ ਕੁਝ ਦਿੱਤਾ ਜਾਵੇ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਅੰਦਰ ਉਹ ਚਿੰਗਾਰੀ ਨਹੀਂ ਹੈਗੀ, ਬਸ ਉਹਨੂੰ ਹਵਾ ਦੇਣ ਦੀ ਲੋੜ ਹੈਗੀ ਹੈ। ਸੋ ਸਾਡੇ 'ਚ ਹੀ ਕਮੀ ਹੈ ਸ਼ਾਇਦ ਕੋਈ। ਗੱਲ ਉੱਥੇ ਆ ਗਈ ਨਾ, ਜਦੋਂ ਹੁਣ ਮੁਆਸ਼ਰੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਆਪਣੇ ਜਿਹੜਾ ਭਾਈਚਾਰਾ ਵੱਡਾ, ਉਹਨਾਂ ਦੀ ਗੱਲ ਕਰਦਾ ਮੈਂ,
ਕਿ ਉਹ ਸੋਨੇ ਦੇ ਟਿੱਕੇ ਦਾ ਬਹੁਤ ਦੇ ਦੇਣਗੇ, ਹਾਂ, ਪਰ ਚਾਨਣ ਦੇ ਟਿੱਕੇ ਚਾਨਣ ਦਾ ਟਿੱਕਾ ਨਹੀਂ ਦਿੰਦੇ, ਉਹਦੀ ਗੱਲ ਹੀ ਨਹੀਂ ਕਰਦੇ। ਹਾਂਜੀ ਹਾਂਜੀ, ਦਿਖਾਵੇ 'ਚ ਅਸੀਂ ਯਕੀਨ ਰੱਖਦੇ ਹਾਂ। ਉਹ ਦਿਖਾਵਾ ਜਿਹੜਾ ਟੈਂਪਰੇਰੀ ਹੈ, ਪਰਮਾਨੈਂਟ ਨਹੀਂ ਹੈ। ਅੱਛਾ ਚਲੋ ਹੁਣ ਇਹ ਗੱਲਾਂ ਹੋਰ ਪਾਸੇ, ਪਰ ਇਹ ਜਿਹੜਾ ਦਿਖਾਵੇ ਵਾਲੀ ਗੱਲ ਹੈਗੀ ਆ ਦਵਿੰਦਰ ਜੀ, ਇਹਨੂੰ ਕਿਉਂ ਮਤਲਬ ਆਪਣੇ ਭਾਈਚਾਰੇ 'ਚ ਕਿਉਂ ਇਹਦਾ ਇੰਨਾ ਜ਼ੋਰ ਆ? ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਜਦ ਤੱਕ ਸਾਡੇ ਅੰਦਰੋਂ ਇਸ ਚੀਜ਼ ਦਾ ਅਹਿਸਾਸ ਨਹੀਂ ਨਾ ਹੁੰਦਾ, ਤਦ ਤੱਕ ਇਸ ਗੱਲ ਨੂੰ ਅਸੀਂ ਅੱਗੇ ਨਹੀਂ ਲਿਜਾ ਸਕਦੇ। ਮੇਰਾ ਇੱਕ ਸ਼ੇਅਰ ਹੈ, ਮੇਰੀ ਨਵੀਂ ਕਿਤਾਬ ਤੁਹਾਡੇ ਕੋਲ ਪਈ ਹੈ, ਸਰਸਰਾਹਟ, ਹਾਂਜੀ, ਕਿ ਮੁੜ ਸੁਰਜੀਤ ਹੋ ਜਾਂਦੀ ਬੁੱਲਾਂ ਤੇ ਥਰਥਰਾਹਟ ਹੈ। ਮੁੜ ਸੁਰਜੀਤ ਹੋ ਜਾਂਦੀ ਬੁੱਲਾਂ ਤੇ ਥਰਥਰਾਹਟ ਹੈ, ਇਹ ਸਾਡੇ ਜੀਵਨ ਦਾ ਪਰਮਾਨ ਜੇ ਦਿਲ ਵਿੱਚ ਸਰਸਰਾਹਟ ਹੈ। ਸਰਸਰਾਹਟ ਹੋਣੀ ਚਾਹੀਦੀ ਹੈ ਕਿਸੇ ਵੀ ਕੰਮ ਦੇ ਲਈ, ਜੀ ਜੀ, ਡੈਡੀਕੇਸ਼ਨ ਹੋਣੀ ਚਾਹੀਦੀ ਹੈ। ਸੋ ਉਹ ਕਮੀ ਹੈ ਕਿਧਰੇ, ਸਾਨੂੰ ਉਹਨੂੰ ਹਵਾ ਦੇਣੀ ਪਏਗੀ ਬਸ। ਠੀਕ, ਅੱਛਾ ਅਸੀਂ ਇੱਥੇ ਦੇਖਦੇ ਹਾਂ ਹੁਣ ਹੈ ਨਾ, ਪ੍ਰਦੇਸ਼ਾਂ ਦੇ ਵਿੱਚ ਜਿਹੜੀਆਂ ਬੱਚੀਆਂ ਆ ਉਹ ਪੜ੍ਹਦੀਆਂ ਆ, ਕੰਮਕਾਰ ਕਰਦੀਆਂ ਨੇ ਸਾਰੀਆਂ ਨੇ, ਔਰ ਚੰਗੇ ਚੰਗੇ ਪ੍ਰੋਫੈਸ਼ਨ ਦੇ ਵਿੱਚ ਨੇ ਉਹ। ਪੰਜਾਬ ਦੇ ਵਿੱਚ ਵੀ ਅਸੀਂ ਕਿਉਂਕਿ ਸਾਡੇ ਕਾਲਜ ਦੇ ਵਿੱਚ ਸਾਡੀ ਵੀ ਇੱਕ ਟੀਚਰ ਜਿਹੜੀ ਸੀ ਜੀ, ਉਹਨਾਂ ਨੇ ਗ੍ਰੈਜੂਏਸ਼ਨ ਕੀਤੀ, ਉਸ ਤੋਂ ਬਾਅਦ ਹੀ ਉਹ ਸਾਨੂੰ ਪੜ੍ਹਾਉਣ ਲੱਗ ਪਏ ਸੀਗੇ। ਉਹ ਕਾਫੀ ਦੇਰ ਦੀ ਗੱਲ ਆ। ਅਤੇ ਜਦੋਂ ਅਸੀਂ ਇੱਥੇ ਮੈਂ ਆ ਕੇ ਦੇਖਿਆ ਤੇ ਇੱਥੇ ਹਜੇ ਲੜਕੀਆਂ ਜਿਹੜੀਆਂ ਸੀਗੀਆਂ ਇੰਜੀਨੀਅਰਿੰਗ ਦੇ ਵਿੱਚ ਬਹੁਤ ਘੱਟ ਜਾ ਰਹੀਆਂ ਸੀਗੀਆਂ। ਤੇ ਦਿਲ ਜਾਵੇ ਵੀ ਯਾਰ ਸਾਡੇ ਪੰਜਾਬ 'ਚ ਤਾਂ ਲੋਕ ਬਹੁਤ ਅਗਾਂਹ ਆ, ਵੀ ਉੱਥੇ ਲੜਕੀ ਉਹ ਪੜ੍ਹ ਕੇ ਤੇ ਉਹ ਸਾਡੇ ਪ੍ਰੋਫੈਸਰ ਵੀ ਲੱਗ ਗਈ, ਤੇ ਇੱਥੇ ਨਹੀਂ ਹੈ। ਪਰ ਜਦੋਂ ਤੁਸੀਂ ਓਵਰਆਲ ਦੇਖਦੇ ਨਾ ਜੀ, ਕੋਈ ਵੱਡੀ ਗਿਣਤੀ ਜਿਹੜੀ ਸਾਡੀ ਉਹ ਧਿਆਨ ਨਹੀਂ ਹੈ ਉਧਰਲੇ ਪਾਸੇ ਨੂੰ। ਹਜੇ ਵੀ ਜਿਹੜਾ ਉਹ ਲੜਕੀਆਂ ਧੱਕੇ ਨਾਲ ਤਾਂ ਕਰ ਲੈਣ, ਪਰ ਉਤਸ਼ਾਹ ਨਹੀਂ ਦਿੱਤਾ ਜਾਂਦਾ। ਉਹ ਪਾਤਰ ਸਾਹਿਬ ਵਾਲੀਆਂ ਗੱਲਾਂ ਨਾ, ਬਈ ਖੂਬ ਨੇ ਝਾਂਜਰਾਂ ਛਣਕਣ ਲਈ, ਪਰ ਕੋਈ ਚਾਹ ਵੀ ਤਾਂ ਦੇਵੇ ਨੱਚਣ ਲਈ, ਉਹ ਗੱਲ ਨਹੀਂ ਹੈ। ਪਰ ਮੈਂ ਇਹ ਗੱਲ ਕਹਾਂਗੀ ਕਿ ਵੀ ਹੁਣ ਮੈਂ ਜੇ ਮੈਂ ਗੱਲ ਕਰਾਂ, ਮੈਂ ਆਪਣੇ ਬਚਪਨ ਦੀ ਗੱਲ ਸੁਣਾਵਾਂ ਤੁਹਾਨੂੰ। ਮੈਂ ਪੈਦਾ ਹੋਈ ਅੰਮ੍ਰਿਤਸਰ, ਗੁਰੂ ਰਾਮਦਾਸ ਜੀ ਦੀ ਨਗਰੀ, ਬਿਲਕੁਲ ਦਰਬਾਰ ਸਾਹਿਬ ਦੇ ਨਾਲ ਸਾਡਾ ਘਰ। ਵਾਹ ਜੀ ਵਾਹ। 2 ਮਿੰਟ ਨਹੀਂ ਲੱਗਦੇ ਸੀ, ਪੈਦਲ ਐ ਉੱਡ ਕੇ ਚਲੇ ਜਾਈਦਾ ਸੀ, ਰੋਜ਼ ਸੇਵਾ ਕਰਨੀ ਜੀ। 3 ਭੈਣਾਂ, ਇੱਕ ਛੋਟਾ ਭਰਾ, ਹਨਾ, 4 ਜਣੇ। ਮੰਮੀ ਡੈਡੀ ਕੋਈ ਪੜ੍ਹੇ ਲਿਖੇ ਨਹੀਂ, ਮੇਰੇ ਮੰਮੀ ਨੂੰ ਤਾਂ ਆਪਣਾ ਨਾਮ ਵੀ ਨਹੀਂ ਲਿਖਣਾ ਆਉਂਦਾ, ਇੱਕ ਆਮ ਸਧਾਰਨ ਪਰਿਵਾਰ ਤੋਂ। ਪਰ ਉਸ ਜ਼ਮਾਨੇ 'ਚ ਵੀ ਉਹਨਾਂ ਨੇ ਆਪਣੀਆਂ ਧੀਆਂ ਨੂੰ ਪੜ੍ਹਾਇਆ। ਮੈਂ PhD ਕੀਤੀ, ਪ੍ਰੋਫੈਸਰ ਲੱਗੀ ਹਾਂ। ਇੱਕ ਬਿਜ਼ਨਸ ਕਲਾਸ ਫੈਮਿਲੀ, ਐਵਰੇਜ। ਮੇਰੇ ਵੱਡੇ ਸਿਸਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਨੇ, ਛੋਟੀ ਸਿਸਟਰ ਨੇ MPhil ਕੀਤੀ, ਉਹਦੀ ਬੁਟੀਕ ਹੈ। ਸੋ ਮਤਲਬ ਇਹ ਸੋਚ ਹੈ ਕਿ ਵੀ ਇਹ ਜ਼ਰੂਰੀ ਨਹੀਂ ਕਿ ਐਜੂਕੇਟਿਡ ਫੈਮਿਲੀ ਦੀ ਸੋਚ ਵਧੀਆ ਹੋਏਗੀ ਜਾਂ ਜਿਹੜੀ ਐਜੂਕੇਟਿਡ ਨਹੀਂ ਹੈ। ਸੋ ਉਹਨਾਂ ਨੇ ਸਾਨੂੰ ਹਮੇਸ਼ਾ ਮੁੰਡਿਆਂ ਵਾਂਗੂ ਰੱਖਿਆ। ਅੱਜ ਮੈਂ ਤੁਹਾਡੇ ਕੋਲ ਬੈਠੀ ਹਾਂ, ਇੰਡੀਵਿਜੂਅਲ ਪਰਿਵਾਰਾਂ ਤੇ ਡਿਪੈਂਡ ਕਰਦਾ। ਔਰ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਅੱਗੇ ਤੋਰਿਆ ਕਿ ਸਾਨੂੰ ਇੰਡੀਪੈਂਡੈਂਟ ਰੱਖਿਆ। ਮੈਨੂੰ ਯਾਦ ਹੈ, ਮੇਰੇ ਇੱਕ ਅੰਕਲ ਲੰਡਨ ਤੋਂ ਆਉਂਦੇ ਹੁੰਦੇ ਸੀ, ਮੈਂ ਉਹਨਾਂ ਨੂੰ ਆਪਣਾ ਆਈਡੀਅਲ ਮੰਨਦੀ ਹੁੰਦੀ ਸੀ। ਬੜਾ ਸੋਹਣਾ ਕੀਰਤਨ ਕਰਨਾ, ਗੱਲਬਾਤ, ਪੋਇਟਰੀ ਕਰਦੇ ਹੁੰਦੇ ਸੀ ਉਹ। ਅੰਕਲ ਕਹਿੰਦੇ ਕਿ ਮੇਰਾ ਘਰ ਦਾ ਨਾਂ ਟਿੰਪਲ ਹੈ। ਅੱਛਾ ਜੀ। ਸੋ ਟਿੰਪਲ ਛੋਟੀ ਜਿਹੀ ਸੀ, ਮੈਂ ਬੜੀ ਐਕਟਿਵ ਹੁੰਦੀ ਸੀ। ਮੈਂ ਬਚਪਨ ਤੋਂ ਹੀ ਫਸਟ ਆਣਾ, ਗੋਲਡ ਮੈਡਲਿਸਟ ਆ ਮੈਂ, BSc MSc ਐਂਡ ਆਲ। ਤੇ ਉਹਨਾਂ ਨੇ ਮੈਨੂੰ ਪੁੱਛਿਆ, ਛੋਟੀ ਜਿਹੀ ਸੀ, ਕਿ ਜੇ ਰੱਬ ਤੇਰੇ ਕੋਲ ਆਵੇ ਤੇ ਤੂੰ ਕੀ ਮੰਗੇਗੀ? ਹੈ ਨਾ ਜੀ। ਤੇ ਮੈਂ ਸਹਿਜ ਸੁਭਾਅ 'ਚ ਕਹਿਤਾ ਕਿ ਹੁਣ ਮੈਂ ਜਦੋਂ ਜਾਂਦੀ ਆ ਨਾ ਤੇ ਸਾਰੇ ਕਹਿੰਦੇ ਨੇ ਭਜਨ ਦੀ ਕੁੜੀ ਜਾਂਦੀ। ਭਜਨ ਮੇਰੇ ਡੈਡੀ ਦਾ ਨਾਮ, ਡੈਡੀ ਬੜੇ ਮਸ਼ਹੂਰ ਸੀ ਸਾਡੇ ਮਹੱਲੇ 'ਚ, ਮਤਲਬ ਨੋਨ ਸੀ, ਹਰ ਗੱਲ ਦੇ ਲਈ ਡੈਡੀ ਤੋਂ ਸਲਾਹ ਲੈਣੀ। ਤੇ ਵੀ ਭਜਨ ਦੀ ਕੁੜੀ ਜਾਂਦੀ ਪਈ ਹੈ। ਪਰ ਮੈਂ ਚਾਹੁੰਦੀ ਆ ਕਿ ਜਦੋਂ ਮੇਰੇ ਡੈਡੀ ਜਾਂਦੇ ਹੋਣ ਨਾ, ਤੇ ਹਰ ਕੋਈ ਕਵੇ ਕਿ ਦਵਿੰਦਰ ਦੇ ਫਾਦਰ ਜਾਂਦੇ ਪਏ ਆ। ਸੋ ਜਿੱਦਣ ਮੇਰੀ ਇੱਕ ਕਿਤਾਬ ਦਾ ਫੰਕਸ਼ਨ ਸੀ, ਮੇਰੇ ਫਾਦਰ ਸਾਹਿਬ ਢਿੱਲੇ ਸੀ, ਉਸ ਦਿਨ ਲੁਧਿਆਣੇ ਆ ਨਾ ਸਕੇ। ਤੇ ਉਦੋਂ ਮੈਨੂੰ ਐ ਲੱਗਿਆ ਡੈਡੀ ਨਾਲ ਫੋਨ ਤੇ ਗੱਲ ਕਰਕੇ ਕਿ ਅੱਜ ਮੇਰੀ ਇੱਕ ਪਹਿਚਾਣ ਬਣ ਗਈ ਹੈ ਦਵਿੰਦਰ ਦਿਲਰੂਪ ਦੀ। ਤੇ ਅੱਜ ਮੇਰਾ ਸੁਪਨਾ ਪੂਰਾ ਹੋਇਆ ਕਿ ਡੈਡੀ ਕਹਿੰਦੇ ਅੱਜ ਮੈਂ ਦਵਿੰਦਰ ਦਿਲਰੂਪ ਦਾ ਫਾਦਰ ਆ। ਸੋ ਮਤਲਬ ਇਹ ਚੀਜ਼ਾਂ ਸਾਨੂੰ ਘਰੋਂ ਮਿਲੀਆਂ ਨੇ ਜੀ ਜੀ। ਇਹ ਸਾਨੂੰ ਦੇਣੀਆਂ ਪੈਣਗੀਆਂ ਆਪਣੇ ਬੱਚਿਆਂ ਨੂੰ। ਬਿਲਕੁਲ ਬਿਲਕੁਲ। ਅੱਛਾ, ਤੁਹਾਡੀ ਆਹ ਜਿਹੜੀ ਕਿਤਾਬ ਹੈਗੀ ਚਾਨਣ ਦਾ ਟਿੱਕਾ, ਇਹਦੇ 'ਚ ਹੋਰ ਸ਼ੇਅਰ ਵੀ ਸਾਂਝੇ ਕਰੋ। ਮੈਨੂੰ ਬਹੁਤ ਪਿਆਰਾ ਲੱਗਾ ਜੀ ਸ਼ੇਅਰ ਤੁਹਾਡਾ ਜਿਹੜਾ ਪਹਿਲਾਂ ਹੀ ਤੁਸੀਂ ਬੋਲਿਆ ਇਹਦੇ 'ਚੋਂ। ਮੈਂ ਨਾ ਮੇਰੀ ਇੱਕ ਛੋਟੀ ਜਿਹੀ ਕਵਿਤਾ ਹੈ ਜਿਹੜੀ ਕਿ ਹਰ ਏਜ ਦੇ ਵਰਗ ਨੂੰ ਬਹੁਤ ਪਸੰਦ ਆਉਂਦੀ ਹੈ। ਤਾਰਾਂ, ਕੱਪੜੇ ਤੇ ਚੁੰਡੀਆਂ। ਤਾਰਾਂ, ਕੱਪੜੇ ਤੇ ਚੁੰਡੀਆਂ, ਇਹਨੂੰ ਨਾ ਮਾਡਰਨ ਕਵਿਤਾ ਦਾ ਨਾਂ ਦਿੱਤਾ ਗਿਆ। ਸੋ ਅੱਧੀ ਰਾਤ ਦਾ ਟਾਈਮ ਸੀ, ਸੱਚੀ ਕਵਿਤਾ ਹੈ ਬਿਲਕੁਲ। ਅੱਛਾ ਜੀ।
ਤੇ ਅੱਧੀ ਰਾਤ ਨੂੰ ਝੱਖੜ ਜਿਹਾ ਝੁੱਲਿਆ, ਹਨੇਰੀ ਆਈ, ਬਾਹਰ ਕੱਪੜੇ ਸੁੱਕਣੇ ਪਏ ਸੀ, ਮੈਂ ਕੱਪੜੇ ਲਾ ਕੇ ਲੈ ਕੇ ਆਈ ਬਾਹਰ, ਰੱਖਤੇ, ਸੌ ਗਈ ਤੇ ਸਵੇਰੇ ਕਵਿਤਾ ਦਾ ਜਨਮ ਹੋ ਗਿਆ। ਸੋ ਕਵਿਤਾ ਪੇਸ਼ ਹੈ, ਤਾਰਾ ਕੱਪੜੇ ਤੇ ਚੁੰਡੀਆਂ। ਨੇਰੀ ਚੜੀ ਤੇ ਝੁੱਲਿਆ ਝੱਖੜ, ਨੇਰੀ ਚੜੀ ਤੇ ਝੁੱਲਿਆ ਝੱਖੜ, ਤਾਰ ਤੇ ਸੁੱਕਣੇ ਪਏ ਕੱਪੜੇ ਉੱਡਣ ਲੱਗੇ ਤੇ ਉੱਡ ਉੱਡ ਆਸੇ ਪਾਸੇ ਡਿੱਗਣ ਲੱਗੇ। ਕੋਈ ਕਿਸੇ ਦੀ ਛੱਤ ਦੇ ਉੱਤੇ, ਕੋਈ ਕਿਸੇ ਦੀ ਛੱਤ ਦੇ ਉੱਤੇ। ਅਕਸਰ ਹੁੰਦਾ ਹੈ। ਹਾਂਜੀ, ਉਹੀ ਸੀਨ ਹੈ ਜੋ ਮੈਨੂੰ ਰਾਤ ਨੂੰ ਦੇਖਿਆ ਹੋਣਾ ਹੈ ਨਾ ਜੀ। ਕੋਈ ਰੁੱਖਾਂ ਦੀਆਂ ਟਾਹਣਾਂ ਦੇ ਵਿੱਚ ਫਸਿਆ ਤੇ ਕੋਈ ਮਿੱਟੀ ਵਿੱਚ ਮਲੀਨ, ਪਰ ਉਹ ਕੱਪੜੇ ਜਿਨ੍ਹਾਂ ਨੂੰ ਕੱਸ ਕੇ ਚੁੰਡੀਆਂ ਲੱਗੀਆਂ, ਰਹੇ ਡੋਲਦੇ ਆਪਣੀ ਥਾਂ ਤੇ ਨਿਖਰੇ ਸਾਖ ਸਰਕਤ। ਧਿਆਨ ਦਿਓ ਕਿ ਪਰ ਉਹ ਕੱਪੜੇ ਜਿਨ੍ਹਾਂ ਨੂੰ ਕੱਸ ਕੇ ਚੁੰਡੀਆਂ ਲੱਗੀਆਂ, ਰਹੇ ਡੋਲਦੇ ਆਪਣੀ ਥਾਂ ਤੇ ਨਿਖਰੇ ਸਾਫ਼ ਸੁਰੱਖਿਅਤ। ਕੁਝ ਰਿਸ਼ਤੇ ਵੀ ਇੰਜ ਹੀ ਹੁੰਦੇ, ਗਮ ਦੀ ਜ਼ਰਾ ਹਨੇਰੀ ਚੱਲੇ ਉੱਡ ਪੁੱਡ ਜਾਂਦੇ ਹੋਰਾਂ ਵੱਲੇ। ਕੁਝ ਰਿਸ਼ਤੇ ਵੀ ਇੰਜ ਹੀ ਹੁੰਦੇ, ਗਮ ਦੀ ਜ਼ਰਾ ਹਨੇਰੀ ਚੱਲੇ ਉੱਡ ਪੁੱਡ ਜਾਂਦੇ ਹੋਰਾਂ ਵੱਲੇ। ਜੇਕਰ ਰਿਸ਼ਤੇ ਵੀ ਅੱਜ ਹੋ ਗਏ ਚੁੰਡੀਆਂ ਦੇ ਮੁਹਤਾਜ, ਤਾਂ ਛੱਡੋ ਫਿਰ ਕਿਉਂ ਕਰੋ ਨਮਾਇਸ਼, ਦਾਅਵਿਆਂ ਤੇ ਲਟਕਾ ਕੇ ਕਸ ਜਿਨ੍ਹਾਂ ਨੂੰ ਤਾਰਾ ਵਾਂਗੂ ਬੰਨੀ ਫਿਰੇ ਸਮਾਜ। ਕਸ ਜਿਨ੍ਹਾਂ ਨੂੰ ਤਾਰਾ ਵਾਂਗੂ ਬੰਨੀ ਫਿਰੇ ਸਮਾਜ। ਵਾਹ ਵਾਹ, ਬੜੀ ਚੋਟ ਕੀਤੀ ਜੀ, ਇਹ ਤਾਂ ਬੜੀ ਕਮਾਲ ਆ। ਸ਼ੁਕਰੀਆ ਜੀ, ਸ਼ੁਕਰੀਆ। ਵੈਸੇ ਇਹ ਆਪਣੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਜੀ, ਉਸੇ ਗੱਲ ਦਾ ਸ਼ੀਸ਼ਾ ਤੁਸੀਂ ਦਿਖਾਇਆ। ਸੋ ਮੈਨੂੰ ਇਹ ਲੱਗਦਾ ਵੀ ਉਹ ਰਿਸ਼ਤੇ ਕੀ ਹੋਏ ਜਿਨ੍ਹਾਂ ਤੇ ਚੁੰਡੀਆਂ ਲਾਉਣੀਆਂ ਪੈਣ, ਚੁੰਡੀਆਂ ਲਾਉਣੀਆਂ ਪੈਣ। ਹਾਂ ਬਿਲਕੁਲ ਸਹੀ ਗੱਲ ਹੈ ਜੀ। ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਉਹ ਪੰਛੀ ਨੂੰ ਜੇ ਤੁਸੀਂ ਕੀ ਕਹਿੰਦੇ ਪਿੰਜਰੇ 'ਚ ਪਾ ਕੇ ਰੱਖਿਆ ਆ ਤੇ ਉਹ ਪੰਛੀ ਤੁਹਾਡਾ ਨਹੀਂ। ਗੱਲ ਆ ਵੀ ਉਹਨੂੰ ਖੁੱਲਾ ਛੱਡ ਕੇ ਦੇਖੋ, ਜੇ ਤਾਂ ਤਕਾਲਾ ਨੂੰ ਮੁੜਿਆ ਆ ਤੇ ਤੁਹਾਡਾ ਆ, ਵਰਨਾ ਉਹ ਕਦੇ ਵੀ ਨਹੀਂ ਸੀ। ਸਹੀ ਗੱਲ ਹੈ ਜੀ, ਇਹ ਤਾਂ ਬਹੁਤ ਵਧੀਆ। ਅੱਛਾ, ਤੁਸੀਂ ਕੱਲ ਉੱਥੇ ਜਦੋਂ ਗੱਲ ਕਰਦੇ ਸੀਗੇ, ਜਿੱਥੇ ਸਾਹਿਤ ਦੀ ਗੱਲ ਕਰਦੇ, ਤੁਸੀਂ ਇੱਕ ਹੋਰ ਆਪਣੇ ਜਿਓਲੋਜੀ ਦੇ ਨਾਲ ਗੱਲਬਾਤ ਸਾਂਝੀ ਕੀਤੀ ਸੀ, ਉਹ ਵੀ ਸਾਡੇ ਸਰੋਤਿਆਂ ਨਾਲ ਕਰੋ ਜੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਨਾ ਕਈ ਵਾਰੀ ਜਿਹੜੇ ਹੁੰਦੇ ਨੇ, ਕੁਝ ਮਿੱਥ ਹੁੰਦੇ ਆ, ਉਹ ਲੋਕਾਂ 'ਚ ਉੱਦਾਂ ਹੀ ਬਣੇ ਰਹਿੰਦੇ। ਜਿੰਨਾ ਚਿਰ ਮੈਨੂੰ ਯਾਦ ਹੈ, ਇੱਕ ਵਾਰੀ ਇੱਕ ਸੱਪਾਂ ਬਾਰੇ ਡਾਕੂਮੈਂਟਰੀ ਜਿੰਨੀ ਦੇਰ ਤੱਕ ਨਹੀਂ ਦੇਖੀ, ਉਹਨਾਂ ਚਿਰ ਪਤਾ ਹੀ ਨਹੀਂ ਲੱਗਾ ਵੀ ਸੱਪ ਦੇ ਤਾਂ ਕੰਨ ਹੀ ਨਹੀਂ ਹੁੰਦੇ। ਤੇ ਉਹ ਇੰਡੀਆ 'ਚ ਸਾਰੇ ਕਹੀ ਜਾਂਦੇ ਇਹ ਬੀਨ ਸੁਣ ਕੇ ਭੱਜਾ ਫਿਰਦਾ, ਜਦ ਕਿ ਉਹ ਜਦੋਂ ਮੂਵਮੈਂਟ ਹੁੰਦੀ ਹੈ ਉਹਦੇ ਦੇਖਦਾ, ਤਾਂ ਉਹ ਪਤਾ ਹੀ ਨਹੀਂ ਸੀਗਾ। ਸੋ ਜਿਹੜੀ ਤੁਸੀਂ ਉਹ ਕੱਲ ਗੱਲ ਦੱਸੀ, ਜਰਾ ਉਹ ਵੀ ਸੁਣਾਓ ਜੀ ਜਰਾ। ਹਾਂਜੀ, ਇਹ ਮੈਂ ਤਕਰੀਬਨ 11-12 ਸਾਲ ਚੂਹਿਆਂ ਦੇ ਕੰਟਰੋਲ ਤੇ ਕੰਮ ਕੀਤਾ। ਅੱਛਾ, ਚੂਹਿਆਂ ਦੇ ਕੰਟਰੋਲ। ਹਾਂਜੀ, ਕਈ ਬੰਦੇ ਤਾਂ ਜੀ ਚੂਹਿਆਂ ਦਾ ਨਾਂ ਸੁਣ ਕੇ ਕੀ ਕਹਿੰਦੇ, ਕੁਰਸੀ ਤੇ ਛਾਲ ਮਾਰ ਜਾਂਦੇ। ਤੇ ਅੱਜ ਕੱਲ ਮੈਂ ਪਿਛਲੇ 8 ਸਾਲਾਂ ਤੋਂ ਮੱਛਰਾਂ ਦੇ ਕੰਟਰੋਲ ਤੇ ਕੰਮ ਕਰ ਰਹੀ ਹਾਂ। ਅੱਛਾ ਜੀ। ਤੇ ਵੀ ਕਿਸ ਤਰ੍ਹਾਂ ਅਸੀਂ ਜਿਵੇਂ ਖਾਸ ਕਰਕੇ ਡੇਂਗੂ ਮੱਛਰ ਜਿਹੜਾ ਏਡੀਜ਼ ਹੈ, ਉਹਦੇ ਤੇ ਹੁਣੇ ਮੈਨੂੰ ਪ੍ਰੋਜੈਕਟ ਵੀ ਮਿਲਿਆ ਪਿਛਲੇ ਮਹੀਨੇ ਹੀ, ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਵੱਲੋਂ 25 ਲੱਖ ਦਾ ਵਰਕ ਕਰਨ ਦੇ ਲਈ। ਤੇ ਚੂਹਿਆਂ ਦੇ ਤਾਂ ਮੈਂ ਬਹੁਤ ਡੈਪਥ 'ਚ ਕੰਮ ਕੀਤਾ। ਮੈਂ ਚੂਹਿਆਂ ਦੀਆਂ ਖੁੱਡਾਂ ਖੋਦੀਆਂ, ਮਤਲਬ ਮੀਨਸ ਮੇਰਾ ਕੰਮ ਸੀ ਵੀ ਕਿਸ ਤਰ੍ਹਾਂ ਦੀਆਂ ਖੁੱਡਾਂ ਬਣਾਉਂਦੇ ਨੇ। ਬਾ ਕਮਾਲ ਆਰਕੀਟੈਕਚਰ ਹੈ ਉਹਨਾਂ ਦਾ। ਅਸੀਂ ਕਹਿੰਦੇ ਹਾਂ ਅਸੀਂ ਆਰਕੀਟੈਕਟ ਹਾਂ। ਨਹੀਂ, ਅਸੀਂ ਤਾਂ ਬਸ ਉਹ ਸਿਰਫ ਇੰਨਾ ਹੀ ਦੇਖਦੇ ਹਾਂ, ਖੁੱਡ ਬਣੀ ਹੈ ਬਸ। ਈਵਨ ਅੰਨਾ ਚੂਹਾ ਜਿਹੜਾ ਕਿ ਸਾਡੇ ਖੇਤਾਂ ਦੇ ਵਿੱਚ, ਪੰਜਾਬ ਦੇ ਖੇਤਾਂ ਦੇ ਵਿੱਚ ਵੱਡੀਆਂ ਵੱਡੀਆਂ ਢੇਰੀਆਂ ਲਾਈਆਂ ਹੁੰਦੀਆਂ ਨੇ, ਉਹਦੀਆਂ ਖੁੱਡਾਂ ਸਾਨੂੰ ਕਈ ਵਾਰੀ 2-2 3-3 ਦਿਨ ਲੱਗ ਜਾਂਦੇ ਸੀ ਇੱਕ ਖੁੱਡ ਨੂੰ ਖੋਦਦੇ ਆ। ਐਡੀਆਂ ਐਡੀਆਂ ਲੰਬੀਆਂ, ਐਡੀਆਂ ਡੂੰਘੀਆਂ, ਔਰ ਜਿਸ ਤਰ੍ਹਾਂ ਭੁੱਲ ਭੁਲਈਆ ਨਹੀਂ ਹੁੰਦੀ, ਜ਼ਿਗਜ਼ੈਗ, ਵੀ ਜੇ ਕੋਈ ਗਵਾਚ ਜੇ ਅੰਦਰ ਵੜ ਜਾਏ, ਗਵਾਚ ਜੇ। ਸੋ ਉਹਨੂੰ ਦੇਖ ਕੇ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਕਿੰਨਾ ਸਿਆਣਾ ਹੈ। ਸੋ ਇੱਕ ਕਵਿਤਾ ਦਾ ਇਸੇ ਤਰ੍ਹਾਂ ਹੀ ਜਨਮ ਹੋ ਗਿਆ। ਉਹ ਕਵਿਤਾ ਹੈ ਜੀ, ਚੂਹਾ ਕਹਿੰਦਾ ਮੈਂ ਵੀ ਬੜਾ ਸਿਆਣਾ। ਸੋ ਧਿਆਨ ਦੇਣਾ ਜੀ। ਕਹਿਣ ਮੈਨੂੰ ਪਾਤਾਲ ਦਾ ਰਾਜਾ, ਇਹ ਸਾਰੀ ਧਰਤੀ ਹੀ ਮੇਰੀ, ਜਿੱਥੇ ਮਰਜੀ ਖੁੱਡ ਕੱਢਾਂ ਮੈਂ, ਜਿੱਥੇ ਮਰਜੀ ਲਾਵਾਂ ਢੇਰੀ। ਦੇਖੋ ਖੁੱਡੇ ਮੇਰਾ ਘਰ ਹੈ, ਇਸ ਅੰਦਰ ਨਾ ਕੋਈ ਡਰ ਹੈ, ਪੂਰਾ ਸੇਫ ਆਓ। ਵੜੇ ਨਾ ਦੁਸ਼ਮਨ ਨਾ ਹੀ ਪਾਣੀ, ਲਾਇਆ ਗੇਟ ਕਰੇ ਨਿਗਰਾਨੀ। ਔਰ ਨਿਗਰਾਨੀ ਉਹ ਲਗਾ, ਗੇਟ ਬੰਦ ਕੀਤੇ ਹੁੰਦੇ ਨੇ, ਐਗਜ਼ਿਟ ਕੋਈ ਬਾਹਰ ਨਾ ਅੰਦਰ ਆਵੇ ਨਾ ਕੋਈ ਬਾਹਰ ਜਾਵੇ। ਵੈਰੀ ਜੇਕਰ ਅੰਦਰ ਵੜ ਜੇ, ਹੁਣ ਸੱਪ ਦੀ ਗੱਲ ਕੀਤੀ, ਸੱਪ ਵੀ ਚੂਹਿਆਂ ਦੀਆਂ ਖੁੱਡਾਂ 'ਚ ਜਾਂਦਾ ਹੈ। ਸੋ ਵੈਰੀ ਜੇਕਰ ਅੰਦਰ ਵੜ ਜਾਏ, ਭੁੱਲ ਭੁਲਈਆ ਵਿੱਚ ਫਸ ਜਾਵੇ, ਇੱਧਰ ਜਾਵਾਂ ਉੱਧਰ ਜਾਵਾਂ, ਡਾਢਾ ਫਸਿਆ ਕਿੱਧਰ ਜਾਵਾਂ। ਰਾਤ ਦਿਨੇ ਮੈਂ ਕੱਢਦਾ ਮਿੱਟੀ, 20-20 ਮੀਟਰ ਤੱਕ ਖੁੱਡ ਪੁੱਟੀ, 3-4 ਫੁੱਟ ਤੱਕ ਡੂੰਘੀ ਜਾਵੇ, ਹੁਣ ਕੋਈ ਮੈਨੂੰ ਲੱਭ ਦਿਖਾਵੇ। ਤਿੱਖੇ ਦੰਦਾਂ ਦੀ ਇਹ ਬਾਤ,
ਕੁਦਰਤ ਬਖਸ਼ੀ ਮੈਨੂੰ ਦਾਤ, ਸਭ ਕੁਝ ਕੁਤਰ ਕੁਤਰ ਲੈ ਜਾਵਾਂ, ਖੁਦ ਆਪਣੀ ਵਿੱਚ ਜਾ ਸਜਾਵਾਂ। ਸੋ ਇੱਥੇ ਮੈਂ ਦੱਸਾਂਗੀ ਕਿ ਉਹਨੇ ਨਾ ਚੂਹਿਆਂ ਦੀ ਖਾਸੀਅਤ ਹੈ ਕਿ ਉਹ ਆਪਣੇ ਨਾ ਗ੍ਰੇਨਸ, ਕੋਈ ਕਣਕ ਹੈ, ਕੋਈ ਦੂਜੇ ਦਾਣੇ ਨੇ, ਐ ਸੰਭਾਲ ਕੇ ਰੱਖੇ ਹੁੰਦੇ, ਕੋਈ ਮਿੱਟੀ ਨਹੀਂ ਰਲਾਈ ਹੁੰਦੀ। ਅੱਛਾ, ਸਟੋਰ ਕਰਦੇ ਆ, ਕੋਠੀਆਂ ਬਣਾਈਆਂ ਹੁੰਦੀਆਂ, ਕੋਠੀਆਂ ਵਾਲੇ ਦਾਣੇ, ਬੱਚਿਆਂ ਦੇ ਸੌਣ ਲਈ ਅਲੱਗ ਕਮਰੇ, ਹਨਾ ਜੀ। ਸੋ ਬਹੁਤ ਸੋਹਣਾ ਉਹਨੇ ਆਪਣਾ, ਅਸੀਂ ਕਹਿੰਦੇ ਅਸੀਂ ਘਰ ਬਣਾਉਂਦੇ ਆ, ਉਹਦੀਆਂ ਖੁੱਡਾਂ ਦੇਖੋ ਤੁਸੀਂ ਕਦੀ। ਵਾਓ। ਸੋ ਝੋਨਾ ਕਣਕ ਜਾਂ ਹੋਵੇ ਕਮਾਦ, ਸਭ ਕੁਝ ਲੱਗਦਾ ਬੜਾ ਸਵਾਦ, ਭੁੱਖੇ ਰਹਿਣ ਨਾ ਮੇਰੇ ਨਿਆਣੇ, ਮੇਰੀ ਕੋਠੀ ਦੇ ਵਿੱਚ ਦਾਣੇ, ਮੇਰੀ ਕੋਠੀ ਦੇ ਵਿੱਚ ਦਾਣੇ। ਵਾਹ। ਬੱਚਿਆਂ ਲਈ ਅੱਡ ਰੂਮ ਬਣਾਵਾਂ, ਬਾਕੀ ਅਲੱਗ-ਅਲੱਗ ਕਮਰੇ ਬਣਾਏ ਹੁੰਦੇ ਉਹਨੇ, ਬੱਚਿਆਂ ਲਈ ਅੱਡ ਰੂਮ ਬਣਾਵਾਂ, ਤੀਲੇ ਤੇ ਕਾਫੂਸ ਲਿਆਵਾਂ, ਬਿਸਤਰ ਬੱਚਿਆਂ ਲਈ ਵਿਛਾਵਾਂ, ਨਿੱਘੇ ਕਰਕੇ ਵਿੱਚ ਸੁਆਵਾਂ, ਦਿਨ ਵੇਲੇ ਖੁੱਡਾਂ ਵਿੱਚ ਸੋਵਾਂ, ਆਥਨ ਵੇਲੇ ਚੁਸਤ ਮੈਂ ਹੋਵਾਂ, ਨਾ ਡਰਦਾ ਨਾ ਕਰਾਂ ਲੜਾਈ, ਨਾ ਮੈਂ ਡਰਦਾ ਨਾ ਮੈਂ ਕਰਾਂ ਲੜਾਈ, ਸਮਝਾ ਮਿੱਤਰ ਸਮਝਾ ਭਾਈ। ਵਾਹ। ਸੋ ਇਹਨਾਂ ਦੇ ਵਿੱਚ ਇੰਨਾ ਭਾਈਚਾਰਾ ਹੁੰਦਾ ਹੈ। ਮੈਂ ਇੱਥੇ ਜ਼ਰੂਰ ਮੈਂਸ਼ਨ ਕਰਾਂਗੀ ਕਿ ਜੇ ਜ਼ਹਿਰ ਦਾ ਦਾਣਾ ਪਿਆ ਨਾ, ਅਸੀਂ ਦਾਣੇ ਲਾ ਕੇ ਜ਼ਹਿਰ ਲਾ ਕੇ ਖਵਾਉਂਦੇ ਆ ਇਹਨਾਂ ਨੂੰ ਮਾਰਨ ਦੇ ਲਈ, ਤੋ ਜੇ ਇੱਕ ਨੇ ਖਾ ਲਿਆ, ਉਹਨੂੰ ਪਤਾ ਲੱਗ ਗਿਆ ਵੀ ਇਹ ਜ਼ਹਿਰ ਵਾਲਾ ਦਾਣਾ, ਦੂਜੇ ਨੂੰ ਦੱਸਦਾ ਹੈ, ਤੂੰ ਨਾ ਖਾਈ ਭਾਈ, ਮੈਂ ਤਾਂ ਮਰਨ ਲੱਗਾ, ਤੂੰ ਨਾ ਮਰ ਜਾਈਂ ਕਿਧਰੇ। ਅੱਛਾ, ਇਹ ਦੱਸ ਦਿੰਦੇ ਏਦਾਂ? ਬਿਲਕੁਲ ਜੀ, ਕਮਿਊਨੀਕੇਟ ਕਰਦੇ ਨੇ। ਸੋ ਤੇ ਜੇ ਮੈਂ ਇੱਕ ਸਾਇੰਸ ਸਟੂਡੈਂਟ ਬਣਾਇਆ ਸੀ, ਉਹਦੇ 'ਚ ਦੱਸਿਆ ਵੀ ਜੇ ਬੰਦਾ ਹੋਵੇ ਨਾ, ਉਹ ਕਹੇ ਮੈਂ ਜ਼ਹਿਰ ਖਾ ਕੇ ਮਰਨ ਲੱਗਾ, ਲੈ ਭਾਈ ਤੂੰ ਵੀ ਖਾ, ਬੜਾ ਸਵਾਦ ਹੀ, ਤੂੰ ਵੀ ਮਰ ਜਾ। ਸੋ ਇਹਨਾਂ ਦੇ ਵਿੱਚ ਅੱਛਾ ਇਹਨਾਂ ਦਾ ਬਿਹੇਵੀਅਰ ਹੁੰਦਾ ਹੈ। ਸੋ ਦੇਖੋ, ਸਾਨੂੰ ਸਿੱਖਣਾ ਚਾਹੀਦਾ ਉਹਦੇ ਤੋਂ। ਸੋ ਨਾ ਮੈਂ ਡਰਦਾ ਨਾ ਮੈਂ ਕਰਾਂ ਲੜਾਈ, ਸਮਝਾ ਮਿੱਤਰ ਸਮਝਾ ਭਾਈ, ਬਸ ਮੈਂ ਸਾਇੰਸਦਾਨਾਂ ਤੋਂ ਡਰਦਾ, ਸਾਡੇ ਵਰਗਿਆਂ ਤੋਂ। ਸੋ ਬਸ ਮੈਂ ਸਾਇੰਸਦਾਨਾਂ ਤੋਂ ਡਰਦਾ, ਉਹਨਾਂ ਤੋਂ ਮੈਂ ਭੱਜਿਆ ਫਿਰਦਾ, ਨਵੇਂ ਨਵੇਂ ਕੱਢਣ ਫਾਰਮੂਲੇ, ਫਿਰ ਮੇਰਾ ਸਿੰਘਾਸਣ ਡੋਲੇ, ਪਿੰਜਰੇ ਲਾਉਣ ਤੇ ਪਾਉਣ ਦਵਾਈ, ਮੱਚ ਜਾਏ ਫਿਰ ਹਾਲ ਦੁਹਾਈ, ਐ ਪਰ ਮੈਂ ਵੀ ਬੜਾ ਸਿਆਣਾ, ਮੂੰਹ ਨਾ ਲਾਵਾਂ ਜ਼ਹਿਰ ਦਾ ਦਾਣਾ। ਫਸਲ ਜਦੋਂ ਪੱਕਣ ਤੇ ਆਈ, ਕਰਦਾ ਹਾਂ ਮੈਂ ਬੜੀ ਤਬਾਈ, ਰਾਤ ਦਿਨ ਮੈਂ ਕਰਾਂ ਕਮਾਈ, ਤਾਂ ਹੀ ਜਗ ਤੇ ਧਾਕ ਕਮਾਈ। ਸਾਰਾ ਦਿਨ ਸੁੱਤਾ ਰਹਿੰਦਾ, ਰਾਤ ਸ਼ਾਮ ਨੂੰ ਕੱਟੀ ਜਾਂਦਾ ਕਾਹਦੇ ਵਾਸਤੇ? ਬੱਚਿਆਂ ਦੇ ਲਈ। ਉਹ ਬੰਦਿਆ ਤੂੰ ਕੁਝ ਤਾਂ ਸਿੱਖ ਲੈ, ਉਹ ਬੰਦਿਆ ਤੂੰ ਕੁਝ ਤਾਂ ਸਿੱਖ ਲੈ, ਥੋੜੀ ਜਿਹੀ ਮੇਥੋਂ ਹੀ ਮਤ ਲੈ, ਕਰ ਮਿਹਨਤ ਤੇ ਰੱਜ ਕੇ ਖਾ, ਖੁਸ਼ੀ ਖੁਸ਼ੀ ਹਰ ਘੜੀ ਬਿਤਾ, ਕਰ ਮਿਹਨਤ ਤੇ ਰੱਜ ਕੇ ਖਾ, ਖੁਸ਼ੀ ਖੁਸ਼ੀ ਹਰ ਘੜੀ ਬਿਤਾ, ਖੁਸ਼ੀ ਖੁਸ਼ੀ ਹਰ ਘੜੀ ਬਿਤਾ। ਅੱਛਾ ਜੀ, ਇਹ ਤੁਹਾਡੇ ਜਿਹੜੇ ਤੁਸੀਂ ਉਹ ਬਾਲ ਸਾਹਿਤ ਆ, ਉਹਦੇ ਵਿੱਚ ਇਹ ਕਵਿਤਾ ਛਾਪੀ ਹੈ? ਹਾਂਜੀ ਹਾਂਜੀ। ਇਹ ਤੁਸੀਂ ਕਿਤਾਬ ਮੈਨੂੰ ਬੜੀ ਵਧੀਆ ਲੱਗੀ ਜੀ। ਇਹਦੇ ਵਿੱਚ ਤੁਸੀਂ ਡਿਸਕ੍ਰਿਪਸ਼ਨ ਵਗੈਰਾ, ਡਿਪਿਕਸ਼ਨ ਵੀ ਕੀਤੀ ਆ? ਹਾਂਜੀ, ਇਹਦੇ 'ਚ ਜਿਹੜੀ ਕਿਤਾਬ ਹੈ ਜੀ, ਨਿੱਕੇ ਨਿੱਕੇ ਪੈਰ ਜੀ, ਤੇ ਇਹਦੇ 'ਚ ਜਿਵੇਂ ਜੋ ਵੀ ਕਿਤਾਬ ਕਵਿਤਾ ਦਾ ਨਾਮ ਹੈ, ਜਿਸ ਤਰ੍ਹਾਂ ਬੂਟਾ ਕੀ ਹੈ, ਵਾਟ ਇਜ਼ ਪਲਾਂਟ, ਹੈ ਨਾ, ਸਾਇੰਟਿਫਿਕ ਚੀਜ਼ਾਂ ਨੂੰ, ਤੇ ਉਹਦੇ ਨਾਲ ਡਿਪਿਕਟ ਕੀਤੀਆਂ ਗਈਆਂ, ਫੋਟੋਗ੍ਰਾਫਸ ਕਲਰਡ ਹੈ ਸਾਰੀ ਦੀ ਸਾਰੀ, ਜਿਸ ਤਰ੍ਹਾਂ ਕਹਤੇ ਹੁੰਦੇ ਸੀ ਨਾ ਜੀ ਜੀ, ਤਾਂ ਜੋ ਇਹ ਤੇ ਜਿਹੜੀ ਬੱਚੇ ਨੂੰ ਥੋੜਾ ਇੰਟਰਸਟ ਲੱਗੇਗਾ। ਛੋਟੀਆਂ ਛੋਟੀਆਂ ਕਵਿਤਾਵਾਂ ਵੀ ਨੇ, ਦੀਵਾਲੀ, ਦੁਸਹਿਰਾ, ਨਵਾਂ ਸਾਲ, ਪ੍ਰਦੂਸ਼ਣ, ਪੰਜਾਬੀ ਬੋਲੀ, ਭੈਣ ਭਰਾ ਦਾ ਪਿਆਰ, ਰੱਖੜੀ ਜੀ। ਸੋ ਇਹੋ ਜਿਹਾ ਸਾਰਾ ਕੁਝ ਨਾ ਮਿਕਸਚਰ ਹੀ ਹੈ। ਨਹੀਂ, ਵੈਰੀ ਗੁੱਡ, ਬਹੁਤ ਵਧੀਆ ਜੀ, ਵੈਰੀ ਨਾਈਸ। ਇਹ ਤਾਂ ਐਕਚੁਅਲੀ ਜ਼ਰੂਰੀ ਆ, ਇਹ ਇੱਥੋਂ ਲਈ ਜਿਹੜੇ ਇੱਥੇ ਵੀ ਬੱਚੇ ਹੈਗੇ ਆ ਉਹਨਾਂ ਲਈ ਵੀ ਜ਼ਰੂਰੀ ਆ, ਇਹ ਬਹੁਤ ਜ਼ਰੂਰੀ ਆ। ਮੈਂ ਤਾਂ ਇਹ ਸਮਝਦਾ ਜੀ, ਕਿਉਂਕਿ ਬੱਚਾ ਜਦੋਂ ਪੰਜਾਬੀ ਅਕਸਰ ਸਾਡੇ ਲੋਕ ਕਹਿੰਦੇ ਯਾਰ ਬੱਚੇ ਪੰਜਾਬੀ ਨਹੀਂ ਪੜ੍ਹਦੇ, ਪੰਜਾਬੀ ਨਹੀਂ ਪੜ੍ਹਦੇ, ਜਾਂ ਇਹ ਸਮਝਦੇ ਨਹੀਂ ਜੀ ਜੀ, ਉਹਨਾਂ ਲਈ ਕੋਈ ਹੁੰਦੀ ਨਹੀਂ ਜੀ, ਕੀ ਕਹਿੰਦੇ, ਮਟੀਰੀਅਲ ਹੀ ਨਹੀਂ ਹੁੰਦਾ ਪੜ੍ਹਨ ਲਈ। ਅਸਲ 'ਚ ਪਤਾ ਕੀ ਹੁੰਦਾ, ਜੇ ਅਸੀਂ ਬਲੈਕ ਐਂਡ ਵਾਈਟ ਸਿੱਧੀ ਪੋਇਟਰੀ ਲਿਖ ਦਾਂਗੇ, ਬੱਚਾ ਅਟਰੈਕਟ ਨਹੀਂ ਹੋਏਗਾ। ਇਹ ਛੋਟੇ ਛੋਟੇ ਬੱਚੇ, ਸਕੂਲ ਗੋਇੰਗ ਬੱਚੇ ਆ, ਜੋ ਰੰਗਦਾਰ ਫੋਟੋਆਂ ਬਣੀਆਂ ਹੋਣਗੀਆਂ ਤੇ ਦਿਲ ਕਰੇਗਾ ਬੱਚੇ ਦਾ ਪੜ੍ਹਨ ਦੇ ਉੱਤੇ। ਸੋ ਮੇਰਾ ਸਿਰਫ ਇਹੀ ਮਕਸਦ ਸੀ ਕਿ ਹਰ ਕਵਿਤਾ ਕੋਈ ਮੈਸੇਜ ਵੀ ਦੇਵੇ ਤੇ ਬੱਚੇ ਨੂੰ ਪੜ੍ਹਨ ਤੇ ਦਿਲ ਵੀ ਕਰੇ। ਸੋ ਇਹਦੇ 'ਚ ਕਈ ਬੱਚਿਆਂ ਦੀਆਂ ਸ਼ਰਾਰਤਾਂ, ਮੇਰਾ ਜਿਵੇਂ ਬੇਟਾ ਬੇਟੀ ਆਪਸ 'ਚ ਕੋਈ ਸ਼ਰਾਰਤਾਂ ਕਰਦੇ ਸੀ, ਉਹ ਵੀ ਇਹਦੇ ਵਿੱਚ ਮੈਂ ਪਾਈਆਂ ਹੋਈਆਂ। ਸੋ ਜੋ ਮਨ ਨੂੰ ਪਾ ਗਿਆ, ਬੱਚਿਆਂ ਦੇ ਲੈਵਲ ਤੇ ਲਿਆ ਕੇ ਕੀਤਾ ਹੈ। ਅੱਛਾ, ਇੱਕ ਤੁਸੀਂ ਜਿਹੜੀ ਗੱਲ ਕੀਤੀ ਸੀਗੀ ਜੀ ਭਰੂਣ ਹੱਤਿਆ ਬਾਰੇ, ਜਿਹੜਾ ਸਿਲਸਿਲਾ ਉਹ ਤੁਸੀਂ ਲਿਆਂਦਾ, ਦੇਖੋ ਇਹ ਆਪਣੇ ਪੰਜਾਬ ਦੇ ਵਿੱਚ ਇਹ ਗੱਲਾਂ ਹਜੇ ਵੀ ਕਿਉਂ ਪ੍ਰਚਲਿਤ ਆ? ਹੁਣ ਨਾਲੇ ਲੋਕਾਂ ਨੂੰ ਸਪਸ਼ਟ ਦਿਸ ਰਿਹਾ ਭਈ ਸਾਡੇ ਇੱਥੇ ਲੜਕੀਆਂ ਜਿਹੜੀਆਂ ਉਹ ਉਹਨਾਂ ਦੀ ਗਿਣਤੀ ਘਟ ਗਈ ਆ, ਲੜਕਿਆਂ ਨੂੰ ਵਿਆਹੁਣ ਲਈ ਜਿਹੜਾ ਉਹ ਦੂਸਰੇ ਸੂਬਿਆਂ 'ਚ ਜਾਣਾ ਪੈ ਰਿਹਾ ਜਾਂ ਹੋਰ ਜਗ੍ਹਾ, ਮਤਲਬ ਇਹ ਵੱਡੀ ਪ੍ਰੋਬਲਮ ਬਣ ਰਹੀ ਆ। ਇਹ ਤੁਸੀਂ ਹੁਣ ਚਾਹੇ ਉਹ ਕਵਿਤਾ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕਰਦੇ, ਇਹ ਕੀ ਵਜ੍ਹਾ ਹੈ ਜੀ ਵੀ ਲੋਕੀ ਉਸ ਗੱਲ 'ਤੇ ਧਿਆਨ ਕਿਉਂ ਨਹੀਂ ਦੇ ਰਹੇ? ਬਸ ਵਜ੍ਹਾ ਸਿਰਫ ਇਹੀ ਹੈ, ਦੇਖੋ ਆਪਾਂ ਨੂੰ ਨਾ
ਪਹਿਲਾਂ ਤਾਂ ਸਭ ਤੋਂ ਪਹਿਲਾਂ ਬੜੀ ਸ਼ਰਮਨਾਕ ਗੱਲ ਹੈ, ਗੱਲ ਕਰਦੇ ਹਾਂ ਬੜਾ ਮਹਿਸੂਸ ਹੁੰਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਨੇ ਜੋ ਡਾਕਟਰ ਹਰਸ਼ਿੰਦਰ ਕੌਰ ਹੋਰੀ ਵੀ ਇੱਥੇ ਆਏ, ਉਹਨਾਂ ਨੇ ਬੜੇ ਜ਼ੋਰਦਾਰ ਸ਼ਬਦਾਂ 'ਚ ਉਹਨਾਂ ਚੀਜ਼ਾਂ ਦੀ ਨਿਖੇਧੀ ਕੀਤੀ ਹੈ, ਪਰ ਲੋਕ ਸੁਣਦੇ ਨਹੀਂ। ਨਿਖੇਧੀ ਕਰਨੀ ਪਏਗੀ ਕਿਉਂਕਿ ਮੇਰੀ 1-2 ਲਾਈਨਾਂ ਨੇ ਬੜੇ ਦਿਲ ਦੇ ਬਹੁਤ ਕਰੀਬ ਨੇ ਕਿ ਮੈਂ ਲਿਖਿਆ ਕਿ ਮੇਰੇ ਅੰਦਰ ਅੱਜ ਕੱਲ੍ਹ ਇੱਕ ਕਵਿਤਾ ਚੱਲ ਰਹੀ ਹੈ, ਮੇਰੇ ਅੰਦਰ ਅੱਜ ਕੱਲ੍ਹ ਇੱਕ ਕਵਿਤਾ ਚੱਲ ਰਹੀ ਹੈ, ਜਿਵੇਂ ਕਿਸੇ ਸਹਿਮੀ ਜੀ ਮਾਂ ਦੀ ਕੁੱਖ 'ਚ ਧੀ ਪਲ ਰਹੀ ਹੈ, ਮੇਰੇ ਅੰਦਰ ਅੱਜ ਕੱਲ੍ਹ ਇੱਕ ਕਵਿਤਾ ਚੱਲ ਰਹੀ ਹੈ। ਸੋ ਇਹੋ ਜਿਹੀਆਂ ਗੱਲਾਂ ਸੁਣ ਕੇ ਦੁੱਖ ਤਾਂ ਬਹੁਤ ਹੁੰਦਾ ਹੈ, ਪਰ ਸਾਨੂੰ ਧੀਆਂ ਨੂੰ, ਮਾਵਾਂ ਨੂੰ, ਖਾਸ ਕਰਕੇ ਮਾਵਾਂ ਨੂੰ ਅੱਗੇ ਆਉਣਾ ਪਏਗਾ ਇਸ ਚੀਜ਼ ਨੂੰ ਰੋਕਣ ਦੇ ਲਈ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਕਿਉਂਕਿ ਉਹ ਡਟ ਸਕਦੀਆਂ ਨੇ ਉਸ ਗੱਲ ਦੇ ਖਿਲਾਫ। ਔਰ ਕਿਉਂਕਿ ਪ੍ਰਦੇਸ਼ਾਂ ਦੇ ਵਿੱਚ ਨਾ ਜਦੋਂ ਤੁਸੀਂ ਦੇਖਦੇ ਆ, ਇੱਥੇ ਸਾਡੀਆਂ ਹੀ ਔਰਤਾਂ ਨੂੰ ਇੱਥੋਂ ਦੇ ਜਿਹੜੇ ਹੋਰ ਔਰਤਾਂ ਆ ਉਹ ਕਈ ਵਾਰੀ ਟੀਚਰ ਵੀ ਕਰਦੀਆਂ ਨੇ ਵੀ ਤੁਸੀਂ ਕਿਹੋ ਜਿਹੇ ਲੋਕ ਆ ਵੀ ਜਿਹੜੇ ਤੁਸੀਂ ਆਹ ਕੰਮ ਕਰਦੇ ਆ। ਪਰ ਫਿਰ ਵੀ ਸਾਡੇ ਸਮਾਜ ਦੇ ਵਿੱਚ ਜਿਹੜੇ ਆ ਜੀ ਇਹ ਗੱਲਾਂ ਦੀ ਰੋਕ ਨਹੀਂ ਲੱਗ ਰਹੀ। ਮੈਂ ਨਾ ਮਤਲਬ ਆਪਣੀ 2004 ਜਿਹੜੀ ਕਿਤਾਬ ਮੇਰੀ ਆਈ ਸੀ ਦਿਲ ਦਾ ਦਰਪਣ, ਉਹ 'ਚ ਇੱਕ ਕਵਿਤਾ ਸੀ, ਉਹ 'ਚ ਲਿਖਿਆ ਸੀ ਮੈਂ ਇਹ ਨਹੀਂ ਜਾਣਦੀ ਸੀ, ਮੈਂ ਨਹੀਂ ਜਾਣਦੀ ਸੀ, ਮਤਲਬ ਬੜੀ ਡਿਪਰੈਸਿਵ ਜੀ ਕਵਿਤਾ ਸੀ, ਹੈ ਨਾ। ਤੇ ਹੁਣ ਮੈਂ ਜੋ ਸੋਚਦੀ ਹਾਂ ਕਿ ਮੇਰੇ 'ਚ ਕੀ ਬਦਲਾਵ ਇੱਕ ਔਰਤ ਵੱਲੋਂ, ਮੈਂ ਸਿਰਫ ਆਪਣੇ ਵੱਲੋਂ ਮੈਂ ਨਹੀਂ ਕਹਿ ਰਹੀ, ਇੱਕ ਔਰਤ ਦੇ ਬਾਰੇ ਗੱਲ ਕਰ ਰਹੀ ਹਾਂ ਕਿ ਇੱਕ ਔਰਤ 'ਚ ਬਦਲਾਵ ਵੈਸੇ ਆ ਵੀ ਗਿਆ ਵੈ। ਜੇ ਅਸੀਂ ਦੇਖੀਏ ਨਾ ਕਿ ਅੱਜ ਦੀ ਔਰਤ ਹੁਣ ਇਸ ਦੇ ਖਿਲਾਫ ਲੜ ਵੀ ਰਹੀ ਹੈ। ਅਸੀਂ ਹੁਣ ਕਿਉਂਕਿ ਹੁਣ ਉਹਨੂੰ ਸਮਝ ਆ ਗਈ ਹੈ। ਮੈਂ ਇੱਕ ਮੇਰੀ ਇੱਕ ਬੇਮਤਲਾ ਗਜ਼ਲ ਹੈ ਜਿਹੜੀ ਕਿ ਅਜੇ ਪਬਲਿਸ਼ ਨਹੀਂ ਹੋਈ। ਸੋ ਕੀ ਬਦਲਾਵ ਆਇਆ ਔਰਤ ਦੀ ਸੋਚ ਦੇ ਵਿੱਚ, ਕੀ ਬਦਲਾਵ ਹੈ, ਮੈਂ ਉਹ ਜ਼ਰੂਰ ਸਾਂਝੀ ਕਰਨਾ ਚਾਹਾਂਗੀ ਕਿ ਹਰ ਵਾਰ ਉਹੀ ਬੋਲਣ ਨਹੀਂ ਮਨਜ਼ੂਰ ਹੁਣ ਮੈਨੂੰ, ਹਰ ਵਾਰ ਉਹੀ ਬੋਲਣ, ਕਿਸੇ ਵੀ ਆਸਪੈਕਟ ਦੀ ਗੱਲ ਕਰੀਏ, ਹਰ ਵਾਰ ਉਹੀ ਬੋਲਣ ਨਹੀਂ ਮਨਜ਼ੂਰ ਹੁਣ ਮੈਨੂੰ, ਸੁਣਦੀ ਹਾਂ ਬੇਸ਼ੱਕ ਪਰ ਆਪਣੀ ਹੁਣ ਦੱਸਣਾ ਵੀ ਜਾਣ ਗਈ ਹਾਂ, ਹੁਣ ਹੋਰ ਨਹੀਂ ਹੁੰਦੀ ਮੇਥੋਂ ਹਰ ਗੱਲ ਤੇ ਵਾਹ ਵਾਹ, ਹੁਣ ਹੋਰ ਨਹੀਂ ਹੁੰਦੀ ਮੇਥੋਂ ਹਰ ਗੱਲ ਤੇ ਵਾਹ ਵਾਹ, ਹੋ ਜਾਵਨ ਸੁਰ ਜੇ ਬੇਸੁਰ ਤਾਂ ਕੱਸਣਾ ਵੀ ਜਾਣ ਗਈ ਹਾਂ, ਸਮਝੀ ਨਾ ਝਾਂਜਰ ਪਾ ਕੇ ਹੀ ਨੇ ਮੇਰੇ ਪੈਰ ਥਰਕਦੇ, ਅੰਗਿਆਰਿਆਂ ਦੀ ਤਾਲ ਤੇ ਨੱਚਣਾ ਵੀ ਜਾਣ ਗਈ ਆ, ਨਾ ਜਾਣੀ ਮੈਨੂੰ ਕੋਮਲ ਰੰਗ ਬਿਰੰਗੀ ਤਿਤਲੀ, ਛੇੜੀ ਜੇ ਅਣਖ ਮੇਰੀ ਤਾਂ ਛੇੜੀ ਜੇ ਅਣਖ ਮੇਰੀ ਤਾਂ ਡਸਣਾ ਵੀ ਜਾਣ ਗਈ ਆ। ਮੈਨੂੰ ਸਭ ਪਤਾ ਹੈ ਹੁਣ, ਮੈਨੂੰ ਸਭ ਪਤਾ ਹੈ ਹੁਣ, ਤੇਰੀ ਅੱਖ 'ਚ ਤੇ ਮੇਰੇ ਹੱਕ 'ਚ ਕੀ, ਮੈਨੂੰ ਸਭ ਪਤਾ ਹੈ ਹੁਣ, ਤੇਰੀ ਅੱਖ 'ਚ ਤੇ ਮੇਰੇ ਹੱਕ 'ਚ ਕੀ, ਤੇਰੇ ਚੰਗੇ ਮਾੜੇ ਮਨਸ਼ੇ ਸਭ ਪਰਖਣਾ ਵੀ ਜਾਣ ਗਈ ਹਾਂ, ਹੰਝੂ ਹੋਕੇ ਹਾਵੇ ਸਭ ਕਿਉਂ ਔਰਤ ਦੇ ਹਿੱਸੇ ਆਵਨ, ਮौज ਮਸਤੀ ਖੇੜੇ ਮਾਣਨਾ ਤੇ ਹੱਸਣਾ ਵੀ ਜਾਣ ਗਈ ਹਾਂ, ਮੀਰਾ ਵਾਂਗਰਾ ਭਲਾ ਕਿਉਂ ਪੀਆਂ ਮੈਂ ਜ਼ਹਿਰ ਦਾ ਪਿਆਲਾ, ਮੀਰਾ ਵਾਂਗਰਾ ਭਲਾ ਕਿਉਂ ਪੀਆਂ ਮੈਂ ਜ਼ਹਿਰ ਦਾ ਪਿਆਲਾ, ਮੈਂ ਬੁੱਲੇ ਵਾਂਗਰਾ ਮਸਤ ਮਲੰਗ ਹੋ ਨੱਚਣਾ ਵੀ ਜਾਣ ਗਈ ਹਾਂ, ਜੋ ਮੇਰੇ ਦਿਲ ਨੂੰ ਭਾਵੇਗਾ ਉਹੀ ਲਾਵਾਂਗੀ ਪਾਵਾਂਗੀ, ਜੋ ਮੇਰੇ ਦਿਲ ਨੂੰ ਭਾਵੇਗਾ ਉਹੀ ਲਾਵਾਂਗੀ ਪਾਵਾਂਗੀ, ਡਰਾਮੇ ਛੱਡ ਮੈਂ ਖੁਦ ਲਈ ਹੁਣ ਜਚਣਾ ਵੀ ਜਾਣ ਗਈ ਹਾਂ। ਵਾਹ ਵਾਹ ਵਾਹ। ਸਿਲਾਡੋ ਮਾਪਿਆਂ ਦੀ ਉਹਨਾਂ ਸਾਂਭ ਰੱਖੀ, ਸਿਲਾਡੋ ਮਾਪਿਆਂ ਦੀ ਉਹਨਾਂ ਸਾਂਭ ਰੱਖੀ, ਹੁਣ ਆਪਣੀ ਧੀ ਲਾਡੋ ਨੂੰ ਕਿੰਜ ਰੱਖਣਾ ਵੀ ਜਾਣ ਗਈ ਹਾਂ, ਗੀਤ ਗਜ਼ਲਾਂ ਕਵਿਤਾਵਾਂ ਲਿਖੀਆਂ ਦਿਲਰੂਪ ਨੇ ਕਈ, ਗੀਤ ਗਜ਼ਲਾਂ ਕਵਿਤਾਵਾਂ ਲਿਖੀਆਂ ਦਿਲਰੂਪ ਨੇ ਕਈ, ਹੁਣ ਦਿਲ ਦੀਆਂ ਸੱਚੀਆਂ ਬਾਤਾਂ ਲਿਖਣਾ ਵੀ ਜਾਣ ਗਈ ਹਾਂ, ਹਰ ਵਾਰ ਉਹੀ ਬੋਲਣ ਨਹੀਂ ਮਨਜ਼ੂਰ ਹੁਣ ਮੈਨੂੰ, ਸੁਣਦੀ ਹਾਂ ਬੇਸ਼ੱਕ ਪਰ ਹੁਣ ਆਪਣੀ ਦੱਸਣਾ ਵੀ ਜਾਣ ਗਈ ਹਾਂ। ਸੋ ਇਹ ਹਰ ਔਰਤ ਦੀ ਆਵਾਜ਼ ਹੈ, ਬਦਲਾਵ ਆ ਰਿਹਾ ਹੈ, ਥੋੜਾ ਜਿਹਾ ਟਾਈਮ ਲੱਗੇਗਾ, ਪਰ ਅਸੀਂ ਹੁਣ ਰੁਕਣ ਵਾਲੇ ਨਹੀਂ, ਰੁਕਣ ਵਾਲੇ ਅਸੀਂ ਹੁਣ ਨਹੀਂ ਸਹਿਣਾ। ਠੀਕ ਹੈ, ਅਸੀਂ ਜਿੱਥੇ ਸੁਰ ਕੱਸਣ ਦੀ ਲੋੜ ਹੈ ਅਸੀਂ ਕੱਸਾਂਗੇ, ਕੱਸ ਰਹੀਆਂ ਤੇ ਜ਼ਰੂਰ ਅਸੀਂ ਆਵਾਜ਼ ਉਠਾਵਾਂਗੇ। ਲਓ ਜੀ, ਬਹੁਤ ਹੀ ਵਧੀਆ, ਵੈਰੀ ਨਾਈਸ। ਇਸੇ ਨੋਟ ਦੇ ਉੱਤੇ ਫਿਰ ਅੱਜ ਦਾ ਪ੍ਰੋਗਰਾਮ ਆਪਾਂ ਸਮਾਪਤ ਕਰਦੇ ਹਾਂ। ਆਪਣੇ ਦਰਸ਼ਕਾਂ ਤੋਂ ਲੈਂਦੇ ਆ ਆਗਿਆ, ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਲਈ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।